ਦੁਖ ਨਿਕੰਦਨ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਗੁਰੂ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਕੇ ਨਾਸ਼ਕ। ਗੁਰੂ ਹਰਗੋਬਿੰਦ ਸ਼ੁਭ ਮਤ ਪ੍ਰਕਾਸ਼ਕ ਸ਼ੁਭ ਮਤ ਪ੍ਰਕਾਸ਼ਕ। ਗੁਰੂ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ। ਗੁਰੂ ਗੋਬਿੰਦ ਸਿੰਘ ਬਿਸਾਲਾ ਗੁਰੂ ਗੋਬਿੰਦ ਸਿੰਘ ਬਿਸਾਲਾ। ਤਰੋਂ ਤਰਾਪੁਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ। ਬੰਦੋ ਬਾਰ ਬਾਰ ਜਗਦੀਸ਼ਾ ਬੰਦੋ ਬਾਰ ਬਾਰ ਜਗਦੀਸ਼ਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਪਾਵਨ ਸਤ ਸੰਗਤ ਦੇ ਵਿੱਚ ਜੁੜ ਬੈਠੇ ਹੋ। ਮਨੁੱਖੀ ਜ਼ਿੰਦਗੀ ਦਾ ਇਸ ਮਨੁੱਖਾ ਜੀਵਨ ਦਾ ਕੁਝ ਪ੍ਰਯੋਜਨ ਹੈ ਔਰ ਜਿਹੜੇ ਸਰੀਰ ਦੇ ਵਿੱਚ ਮਨੁੱਖ ਦੀ ਆਤਮਾ ਬੈਠੀ ਹੋਈ ਹੈ, ਨਿਸੰਦੇਹ ਇਹ ਚੱਲ ਰਿਹਾ ਹੈ। ਸਾਹ ਮਨੁੱਖ ਦੇ ਲਗਾਤਾਰ ਚੱਲ ਰਹੇ ਨੇ। 21,000 ਸ਼ਾਇਦ 600 ਦੇ ਮੁਤਾਬਕ ਵਿਦਵਾਨ ਸਾਹ ਲਿਖਦੇ ਨੇ ਜਿਹੜੇ ਮਨੁੱਖ 24 ਘੰਟਿਆਂ ਵਿੱਚ ਲੈਂਦਾ ਹੈ। ਇੰਨੇ ਸਾਹ ਇਹ ਲਗਾਤਾਰ ਲਈ ਜਾ ਰਿਹਾ ਹੈ। ਸਾਹਾਂ ਚੱਲ ਰਹੇ ਨੇ, ਪਰ ਜਿਵੇਂ ਕੋਈ ਗੱਡੀ ਚੱਲ ਰਹੀ ਹੋਏ, ਉਹ ਗੱਡੀ ਸਫਲ ਉਦੋਂ ਮੰਨੀ ਜਾਂਦੀ ਹੈ ਜਦੋਂ ਉਹ ਆਪਣੀ ਮੰਜ਼ਿਲ ਤੇ ਪਹੁੰਚ ਜਾਏ। ਬਿਨਾਂ ਮੰਜ਼ਿਲ ਤੋਂ ਪਹੁੰਚੇ ਉਹਦਾ ਚੱਲਣਾ ਵਿਅਰਥ ਚਲਾ ਜਾਂਦਾ ਹੈ। ਇਸ ਕਰਕੇ ਮਨੁੱਖ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਕੰਮ ਕਰਨ ਲਈ ਆਇਆ ਹੈ। ਇਸ ਨੇ ਤੁਰਨਾ ਹੈ ਇਸ ਜਨਮ ਦੇ ਵਿੱਚ ਪਰਮੇਸ਼ਰ ਨੂੰ ਮਿਲਣ ਦੇ ਲਈ, ਇਹਦੀ ਜੀਵ ਆਤਮਾ ਨੇ। ਬੜੀ ਵਾਰੀ ਬੇਨਤੀ ਕੀਤੀ, ਸਰੀਰ ਪਰਮਾਤਮਾ ਤਾਈਂ ਨਹੀਂ ਅਪੜੇਗਾ। ਸਰੀਰ ਦੀ ਪਹੁੰਚ ਵੀ ਨਹੀਂ ਹੈ, ਇਹ ਨਹੀਂ ਜਾ ਸਕੇਗਾ। ਸਰੀਰ ਇੱਕ ਯੰਤਰ ਹੈ। ਇਹ ਯੰਤਰ ਹੈ, ਅੱਖਾਂ ਥਾਣੀ ਵੇਖਿਆ ਜਾਂਦਾ ਹੈ, ਕੰਨਾਂ ਥਾਣੀ ਸੁਣਿਆ ਜਾਂਦਾ ਹੈ, ਨੱਕ ਦੁਆਰਾ ਸੁੰਘਿਆ ਜਾਂਦਾ ਹੈ। ਇਸ ਦੇ ਵਿੱਚ ਕੁਝ ਕਰਮ ਇੰਦਰੀਆਂ ਨੇ, ਕੁਝ ਗਿਆਨ ਇੰਦਰੀਆਂ ਨੇ। ਇੱਕ ਯੰਤਰ ਦੇ ਤਰੀਕੇ ਨਾਲ ਇਹ ਕੰਮ ਕਰਦਾ ਹੈ। ਕੁਛ ਪਾਲਣ ਪੋਸ਼ਣ ਇਹਦਾ ਬਾਹਰੋਂ ਕਰਨਾ ਪੈਂਦਾ ਹੈ। ਇਸ ਨੂੰ ਜਿਉਂਦਾ ਰੱਖਣ ਦੇ ਲਈ ਭੋਜਨ ਦੀ ਜ਼ਰੂਰਤ ਹੁੰਦੀ ਹੈ, ਪਦਾਰਥਾਂ ਦੀ ਜ਼ਰੂਰਤ ਹੁੰਦੀ ਹੈ। ਪਰ ਇਸ ਦੇ ਅੰਦਰ ਜਿਹੜੀ ਜੀਵ ਆਤਮਾ ਹੈ, ਉਹਨੂੰ ਪ੍ਰਫੁੱਲਿਤ ਕਰਨ ਦੇ ਲਈ ਗੁਣਾਂ ਦੀ ਜ਼ਰੂਰਤ ਹੁੰਦੀ ਹੈ। ਉਸ ਨੂੰ ਪ੍ਰਫੁੱਲਿਤ ਕਰਨ ਦੇ ਲਈ ਮਨੁੱਖ ਨੂੰ ਬਾਰ-ਬਾਰ ਸਤ ਸੰਗਤ ਅਤੇ ਚੰਗੇ ਵਿਦਵਾਨਾਂ ਦੀ, ਚੰਗੇ ਗੁਣੀ ਜਨਾਂ ਦੀ ਸੰਗਤ ਵਿੱਚ ਬਹਿਣਾ ਪੈਂਦਾ ਹੈ।
ਮਨੁੱਖ ਨੂੰ ਬਾਹਰੀ ਤੌਰ ਤੇ ਵੇਖਿਆ ਜਾਏ ਸਰੀਰ ਤੇ ਇੰਨੀਆਂ ਸੱਟਾਂ ਨਹੀਂ ਲੱਗੀਆਂ ਹੋਈਆਂ ਜਿੰਨੇ ਘਾਵ ਇਹਦੇ ਮਨ ਦੇ ਉੱਤੇ ਹੋਏ ਹੋਏ ਨੇ। ਮਨੁੱਖ ਉਹੀ ਹੁੰਦਾ ਹੈ, ਆਰਾਮ ਨਾਲ ਬੈਠਾ ਹੁੰਦਾ ਹੈ, ਕੋਈ ਗੱਲ ਐਸੀ ਆ ਕੇ ਕਹਿ ਦਿੱਤੀ ਜਾਂਦੀ ਹੈ, ਕੋਈ ਵੀ ਵਿਚਾਰ, ਉਹ ਵਿਚਾਰ ਇੱਕ ਕਿਹਾ ਹੋਇਆ ਵਿਚਾਰ ਮਨੁੱਖ ਦੇ ਅੰਦਰ ਖਲਬਲੀ ਮਚਾ ਦਿੰਦਾ ਹੈ। ਇੱਕ ਵਿਚਾਰ ਹੀ ਇਹਦੀ ਜ਼ਿੰਦਗੀ ਨੂੰ ਸ਼ਾਂਤ ਕਰ ਦਿੰਦਾ ਹੈ। ਭਾਵੇਂ ਕੋਈ ਮੁਸ਼ਕਲ ਦੇ ਵਿੱਚ ਮਨੁੱਖ ਪਿਆ ਹੋਏ, ਉਹ ਜਦੋਂ ਤਾਈਂ ਉਹ ਮੁਸ਼ਕਲ ਦਾ ਹੱਲ ਨਹੀਂ ਮਿਲੇਗਾ ਅੰਦਰ ਯੁੱਧ ਚੱਲਦਾ ਰਹਿੰਦਾ ਹੈ। ਕਈ ਤਰੀਕਿਆਂ ਦੇ ਵਿਚਾਰ ਹੋਣਗੇ, ਕਈ ਕਲਪਨਾਵਾਂ ਹੋਣਗੀਆਂ, ਪਤਾ ਨਹੀਂ ਕਿੰਨਾ ਸੋਚੀ ਜਾਏਗਾ। ਔਰ ਇੱਕ ਹੋਰ ਵੀ ਹੈ, ਮਨੁੱਖ ਨਕਾਰਾਤਮਕ ਜ਼ਿਆਦਾ ਸੋਚਦਾ ਹੈ। ਜਿੰਨਾ ਨਕਾਰਾਤਮਕ, ਜਿੰਨਾ ਨੈਗੇਟਿਵ ਮਨੁੱਖ ਆਪਣੇ ਬਾਰੇ ਸੋਚਦਾ ਹੈ, ਇੰਨਾ ਸ਼ਾਇਦ ਦੁਨੀਆ ਦੇ ਬਾਰੇ ਨਹੀਂ ਸੋਚਦੀ। ਕੋਈ ਵੀ ਜ਼ਿੰਦਗੀ ਵਿੱਚ ਗੱਲ ਹੋਣੀ ਹੁੰਦੀ ਹੈ, ਮਨੁੱਖ ਅਕਸਰ ਪਹਿਲਾਂ ਉਹਦੇ ਨੈਗੇਟਿਵ ਪੱਖ ਹੀ ਵੇਖੀ ਜਾਏਗਾ। ਜੇ ਇਵੇਂ ਹੋ ਗਿਆ ਮਰ ਜਾਵਾਂਗੇ, ਨੈਗੇਟਿਵ ਸੋਚ ਕੇ ਹੀ, ਨਕਾਰਾਤਮਕ ਸੋਚ ਕੇ ਹੀ ਮਨੁੱਖ ਆਪਣੇ ਆਪ ਨੂੰ ਦੁਖੀ ਕਰਦਾ ਹੈ। ਇਹਦੀ ਸੋਚ ਸਕਾਰਾਤਮਕ ਹੋ ਸਕਦੀ ਹੈ ਜਦੋਂ ਇਹ ਪਰਮਾਤਮਾ ਦੇ ਬੰਦਗੀ ਦੇ ਵਿੱਚ ਜੁੜੇਗਾ, ਪਰਮਾਤਮਾ ਦੇ ਨਾਮ ਵਿੱਚ ਜੁੜੇਗਾ। ਤਾਂ ਹੀ ਬਾਣੀ ਵਿੱਚ ਮਹਾਰਾਜ ਕਹਿੰਦੇ ਨੇ, ਹੋਰ ਤੇ ਮੈਨੂੰ ਕੁਛ ਨਹੀਂ ਚਾਹੀਦਾ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਏ। हे ਗੁਰੂ, ਹੈ ਪ੍ਰਮਾਤਮਾ, ਮੈਨੂੰ ਇੱਕ ਚੀਜ਼ ਬੁਝਾ ਦੇ, ਜੋ ਸਾਰਿਆਂ ਜੀਵਾਂ ਦਾ ਦਾਤਾ ਹੈ, ਜਨਮ ਦਾਤਾ ਹੈ, ਉਹ ਮੈਨੂੰ ਕਿਤੇ ਵਿਸਰੇ ਨਾ। ਮਨੁੱਖ ਕਈ ਵਾਰੀ ਤਖਤਾਂ ਦੇ ਉੱਤੇ ਬਹਿੰਦਾ ਹੈ, ਗੱਦੀਆਂ ਦੇ ਉੱਤੇ ਬਹਿੰਦਾ ਹੈ, ਪਾਵਰ ਦਾ ਮਾਲਕ ਬਣ ਜਾਂਦਾ ਹੈ, ਉਦੋਂ ਵੀ ਉਹਨੂੰ ਭੁੱਲ ਸਕਦਾ ਹੈ। ਕਈ ਵਾਰੀ ਘਰਾਂ ਦੇ ਵਿੱਚ ਬੜੇ ਤਰੀਕੇ ਦੀ ਫੈਸਿਲਿਟੀਜ਼ ਹੋ ਜਾਣ ਤਾਂ ਭੁੱਲ ਜਾਂਦਾ ਹੈ, ਜਾਂ ਅਧਿਆਤਮਿਕ ਤੌਰ ਤੇ ਕੋਈ ਸਿੱਧ ਬਣ ਜਾਏ ਤਾਂ ਵੀ ਭੁੱਲ ਸਕਦਾ ਹੈ। ਬਾਣੀ ਦੇ ਵਿੱਚ ਪਹਿਲਾ ਹੀ ਸ਼ਬਦ ਹੈ ਸ੍ਰੀ ਰਾਗ 'ਚ, ਮੋਤੀ ਤਾਂ ਮੰਦਰ ਊਸਰਹਿ, ਰਤਨੀ ਤਾਂ ਹੋਏ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ, ਮਤ ਦੇਖ ਭੂਲਾ ਵਿਸਰੈ, ਤੇਰਾ ਚਿੱਤ ਨਾ ਆਵੇ ਨਾ। ਪਰਮਾਤਮਾ ਘਰ ਜਿਹੜੇ ਨੇ ਇੱਟਾਂ ਦੇ ਬਣੇ ਹੋਣ, ਮੋਤੀਆਂ ਦਾ ਉਹਨਾਂ ਉੱਤੇ ਲੇਪ ਹੋਏ, ਮੋਤੀ ਮਹਿੰਗੇ ਮਹਿੰਗੇ ਲਾਏ ਹੋਣ, ਔਰ ਇਹ ਖਦਸ਼ਾ ਬਣਿਆ ਰਹਿੰਦਾ ਹੈ। ਮਨੁੱਖ ਭੁੱਲ ਜਾਂਦਾ ਹੈ ਪਰਮਾਤਮਾ ਨੂੰ ਸੁੱਖਾਂ ਦੇ ਵਿੱਚ। ਜਦੋਂ ਤਾਈਂ ਜ਼ਿੰਦਗੀ 'ਚ ਪਰੇਸ਼ਾਨੀ ਰਹਿੰਦੀ ਹੈ, ਰੱਬ ਵੀ ਯਾਦ ਰਹਿੰਦਾ ਹੈ। ਇੱਕ ਬੜਾ ਕਾਮਲ ਫਕੀਰ ਹੋਇਆ, ਉਹ ਬਿਮਾਰ ਹੋ ਗਿਆ। ਲੋਕੀ ਉਸ ਦੇ ਕੋਲ ਜਾਂਦੇ ਨੇ, ਸ਼ਾਇਦ ਹਸਨ ਦੀ ਗੱਲ ਹੈ, ਹਸਨ ਫਕੀਰ ਦੀ। ਲੋਕੀ ਉਸ ਦੇ ਕੋਲ ਜਾਂਦੇ ਨੇ, ਤੂੰ ਬਿਮਾਰ ਹੋਇਆ, ਰੱਬ ਅੱਗੇ ਬੇਨਤੀ ਕਰ, ਤੇਰੀ ਵੀ ਤੇ ਰੱਬ ਮੰਨ ਹੀ ਲੈਣੀ ਹੈ, ਤੂੰ ਫਕੀਰ ਹੈ। ਕਹਿੰਦਾ ਮੈਂ ਠੀਕ ਹੋਣਾ ਨਹੀਂ ਚਾਹੁੰਦਾ। ਕਿਉਂ? ਕਹਿੰਦੇ ਇਹਦਾ ਕਾਰਨ ਇਹ ਹੈ, ਵਾਹਵਾ ਬਿਮਾਰੀ ਦੇ ਵਿੱਚ ਮੈਨੂੰ 24 ਘੰਟੇ ਹੀ ਰੱਬ ਯਾਦ ਰਹਿੰਦਾ। ਇਹਨੂੰ ਬਾਣੀ ਨੇ ਕਿਹਾ, ਦੁੱਖ ਦਾਰੂ ਸੁਖ ਰੋਗ ਪਿਆ, ਜਾ ਸੁਖ ਤਾਮ ਨਾ ਹੋਈ। ਜਦੋਂ ਮਨੁੱਖ ਸੁੱਖ ਦੇ ਵਿੱਚ ਹੁੰਦਾ ਹੈ, ਸਰੀਰਿਕ ਤੌਰ ਤੇ ਇਹਦੀਆਂ ਜ਼ਰੂਰਤਾਂ ਪੂਰੀਆਂ ਹੋ ਜਾਂਦੀਆਂ ਨੇ, ਔਰ ਮਨੁੱਖ ਸਰੀਰ ਦੇ ਤਲ ਤੇ ਹੀ ਜਿੰਦਾ ਹੈ। ਕਈ ਮਨੁੱਖ ਸਰੀਰ ਦੇ ਤਲ ਤੇ ਜੀ ਰਹੇ ਨੇ, ਕਈ ਆਤਮਾ ਦੇ ਤਲ ਤੇ ਜੀ ਰਹੇ ਨੇ, ਕਈ ਮਨ ਦੇ ਤਲ ਤੇ ਜੀ ਰਹੇ ਨੇ। ਜਿਹੜੇ ਸਰੀਰ ਦੇ ਤਲ ਤੇ ਜਿੰਦੇ ਹਨ ਉਹਨਾਂ ਨੂੰ ਪਸ਼ੂ ਕਿਹਾ ਜਾਂਦਾ ਹੈ। ਜਿਹੜੇ ਮਨ ਦੇ ਤਲ ਤੇ ਜਿੰਦੇ ਨੇ ਉਹਨਾਂ ਨੂੰ ਮਨੁੱਖ ਕਿਹਾ ਜਾਂਦਾ ਹੈ। ਜਿਹੜੇ ਆਤਮਾ ਦੇ ਤਲ ਤੇ ਜਿੰਦੇ ਨੇ ਉਹਨਾਂ ਨੂੰ ਦੇਵਤੇ ਕਿਹਾ ਜਾਂਦਾ ਹੈ। ਜਿਹੜਾ ਸਰੀਰ ਦੇ ਤਲ ਤੇ ਜਿੰਦਾ ਉਹਨੂੰ ਸਿਰਫ ਸਰੀਰ ਦੇ ਖਾਣ ਪੀਣ ਤੇ ਹੀ ਪਤਾ ਹੈ, ਸਰੀਰ ਦੀ ਸੇਵਾ ਸੰਭਾਲ ਤੇ ਹੀ ਪਤਾ ਹੈ, ਇਸ ਤੋਂ ਜ਼ਿਆਦਾ ਕੁਝ ਵੀ ਨਹੀਂ ਜਾਣਦਾ। ਕਿੱਥੋਂ ਆਇਆ, ਜੀਵ ਆਤਮਾ ਕੀ ਹੈ, ਪਰਮਾਤਮਾ ਕੀ ਹੈ, ਮਨ ਕੀ ਹੈ, ਕਰਨਾ ਕੀ ਹੈ, ਕੁਝ ਨਹੀਂ ਪਤਾ। ਬਸ ਆ ਸਰੀਰ ਦਾ ਪਤਾ ਹੈ ਤੇ ਪਰਿਵਾਰ ਦਾ ਪਤਾ ਹੈ, ਬਸ ਉਹਦੇ ਨਾਲ ਹੀ, ਉਹ ਪਰਿਵਾਰ ਦੇ ਉਹਦੇ ਵਿੱਚ ਹੀ ਉਲਝਿਆ ਹੁੰਦਾ ਮਨੁੱਖ। ਬਸ ਉਸ ਤੋਂ ਬਾਹਰ ਕਦੇ ਸੋਚਿਆ ਹੀ ਨਹੀਂ ਜ਼ਿੰਦਗੀ ਕੀ ਹੈ, ਜ਼ਿੰਦਗੀ ਜਿਉਣੀ ਕਿਵੇਂ ਹੈ, ਗੁਰੂ ਕੀ ਹੈ, ਗੁਰੂ ਕਹਿੰਦਾ ਕਿਉਂ ਹੈ, ਇਹਨਾਂ ਚੀਜ਼ਾਂ ਬਾਰੇ ਕਦੀ ਵਿਚਾਰ ਹੀ ਨਹੀਂ ਕੀਤੇ।
ਬਾਣੀ ਨੇ ਅਸਲ ਦੇ ਵਿੱਚ ਸਭ ਤੋਂ ਵੱਡਾ ਤਰੀਕਾ ਦੱਸਿਆ ਹੈ। ਜਦੋਂ ਇਹ ਪੁੱਛਿਆ ਜਾਂਦਾ ਹੈ ਮਹਾਰਾਜ ਤੋਂ, ਜ਼ਿੰਦਗੀ ਤੋਂ ਪਾਰ ਹੋਣ ਦਾ ਤਰੀਕਾ ਕੀ ਹੈ, ਮਨ ਦੀਆਂ ਬੰਧਨਾਂ ਤੋਂ ਉੱਤੇ ਉੱਠਣ ਦਾ ਤਰੀਕਾ ਕੀ ਹੈ, ਫਿਰ ਅੱਗੋਂ ਇੱਕ ਹੀ ਜਵਾਬ ਆਉਂਦਾ ਹੈ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਵਿਚਾਰ ਕਰ, ਪਰਮਾਤਮਾ ਦੀ ਵਿਚਾਰ ਕਰ, ਆਪਣੀ ਵਿਚਾਰ ਕਰ। ਤੂੰ ਕੌਣ ਹੈ, ਤੈਨੂੰ ਇਹ ਸਾਰਾ ਕੁਝ ਦਿੱਤਾ ਕਿੰਨੇ ਹੈ, ਕਿੰਨੇ ਸ੍ਰਿਸ਼ਟੀ ਬਣਾਈ, ਕਿਉਂ ਬਣਾਈ, ਇਹਦੇ ਕਾਰਨ ਕੀ ਨੇ, ਵਿਚਾਰ ਕਰ ਇਸ ਚੀਜ਼ ਤੇ। ਤਾਂ ਹੀ ਬਾਣੀ ਦੇ ਵਿੱਚ ਮਹਾਰਾਜ ਨੇ ਬੜੀ ਵਾਰੀ ਚੇਤੇ ਕਰਨ ਲਈ ਕਿਹਾ। ਚੇਤੇ ਦਾ ਮਤਲਬ ਵਿਚਾਰ ਕਰ, ਇੱਕ ਵਾਰ ਰੀਡਿੰਗ ਕਰ। ਰਮਈਆ ਕੇ ਗੁਣ ਚੇਤ ਪ੍ਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਨ ਮੈਂ ਜਿਨੇ ਉਬਾਰਿਆ। ਗਰਭ ਦੀ ਅਗਨੀ ਦੇ ਵਿੱਚ ਤੈਨੂੰ ਜਿਸ ਨੇ ਉਬਾਰਿਆ, ਗਰਭ ਅਗਨ ਮੈਂ ਜਿਨੇ ਉਬਾਰਿਆ, ਬਾਰ ਵਿਵਸਥਾ ਤੁਝੇ ਪਿਆਰਾ ਦੂਧ। ਬਚਪਨ ਦੇ ਵਿੱਚ ਤੈਨੂੰ ਦੁੱਧ ਚੰਗਾ ਸੀ, ਉਹ ਦੁੱਧ ਕਿਹਨੇ ਦਿੱਤਾ? ਸਿਰਫ ਮਾਂ ਤੋਂ ਹੀ ਸੀਮਿਤ ਨਾ ਰਹਿ, ਮਾਂ ਤੋਂ ਵੀ ਪਿੱਛੇ ਚੱਲ। ਐਸੀ ਗੱਲ ਗੁਰੂ ਸਾਹਿਬ ਜੀ ਕਹਿੰਦੇ ਨੇ। ਇਹਨਾਂ ਸਾਰੀਆਂ ਗੱਲਾਂ ਦਾ ਪਤਾ ਮਨੁੱਖ ਨੂੰ ਸਤ ਸੰਗਤ ਵਿੱਚ ਹੀ ਲੱਗਦਾ ਹੈ। ਸਤ ਸੰਗਤ ਤੋਂ ਬਿਨਾਂ ਹੋਰ ਕੋਈ ਓਟ ਨਹੀਂ। ਸਤ ਸੰਗਤ ਤੋਂ ਬਿਨਾਂ ਸੱਚ ਦਾ ਪਤਾ ਨਹੀਂ ਲੱਗਦਾ। ਗੁਰੂ ਰਾਮਦਾਸ ਮਹਾਰਾਜ ਜੀ ਨੂੰ ਸਿੱਧਾ ਨੇ ਮਿਲਣ ਆਉਣਾ ਹੈ। ਕਈ ਪ੍ਰਕਾਰ ਦੇ ਉਹਨਾਂ ਨੇ ਪ੍ਰਸ਼ਨ ਕਰਨੇ ਨੇ। ਆਓ ਜਿਹੜੇ ਜਿਹੜੇ ਉਹ ਪ੍ਰਸ਼ਨ ਕਰਨਗੇ, ਪਹਿਲਾਂ ਉਸ ਤੋਂ ਪਹਿਲਾਂ ਕਵੀ ਜੀ ਨੇ ਇੱਕ ਬੜਾ ਅਲੰਕਾਰ ਬਣਾਇਆ ਵੀ ਗੁਰੂ ਰਾਮਦਾਸ ਜੀ ਮਹਾਰਾਜ ਸਮਝੋ ਇੱਕ ਰਾਜੇ ਨੇ। ਸਿੱਖ ਕਿਵੇਂ ਇਹਨਾਂ ਦੀ ਸੈਨਾ ਹੈ, ਕਿਹੜੇ ਕਿਹੜੇ ਇਹਨਾਂ ਕੋਲ ਸੈਨਾਪਤੀ ਨੇ ਤੇ ਕਿਹੜੇ ਕਿਹੜੇ ਔਗਣਾਂ ਦਾ ਉਹ ਨਾਸ਼ ਕਰਦੇ ਨੇ। ਆਓ ਉਸ ਦੇ ਬਾਰੇ ਵਿਚਾਰ ਕਰੀਏ, ਸਮਝਣ ਦਾ ਯਤਨ ਕਰੀਏ। ਆਰੰਭ ਕਰਨ ਤੋਂ ਪਹਿਲਾਂ ਗੁਰੂ ਜੀ ਵੱਲੋਂ ਬਖਸ਼ੀ ਹੋਈ ਜੋ ਗੁਰਮੰਤਰ ਉਹਦੇ ਨਾਲ ਸਾਂਝ ਪਾਈਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਿੰਘਾਸਣ ਸੰਤੋਖ ਪਰ ਸਤਿਆ ਛਤਰ ਅਬਿਰਾਮ। ਗੁਰੂ ਰਾਮਦਾਸ ਮਹਾਰਾਜ ਮਾਨੋ ਇੱਕ ਸਿੰਘਾਸਣ ਤੇ ਬੈਠੇ ਨੇ। ਉਹ ਸਿੰਘਾਸਣ ਕਾਹਦਾ ਹੈ? ਸੰਤੋਖ ਦਾ, ਧੀਰਜਤਾ ਦਾ। ਤੇ ਉਹਨਾਂ ਦੇ ਉੱਤੇ ਇੱਕ ਛਤਰ ਵੀ ਤਣਿਆ ਹੋਇਆ ਹੈ। ਉਹ ਛਤਰ ਜਿਵੇਂ ਰਾਜਿਆਂ ਦੇ ਹੁੰਦਾ ਹੈ, ਮਹਾਰਾਜ ਦੇ ਉੱਤੇ ਜਿਹੜਾ ਛਤਰ ਹੈ ਉਹ ਸਚਾਈ ਦਾ ਤਣਿਆ ਹੋਇਆ ਹੈ। ਸਤਿ ਨਾਮ ਝੰਡਾ ਝੁਲਤ ਰਾਜਤ ਸਤਿਗੁਰ ਰਾਮ। ਸਤ ਨਾਮ ਦਾ ਝੰਡਾ ਝੁਲ ਰਿਹਾ ਹੈ। ਸ਼੍ਰੀ ਗੁਰੂ ਰਾਮਦਾਸ ਮਹਾਰਾਜ ਉਸ ਤੇ ਬੈਠੇ ਬਿਰਾਜ ਰਹੇ ਹਨ। ਲక్ష్ਮੀ ਭਗਤ ਵਿਸਾਲ ਤੇ ਗਿਆਨ ਮੁਕਟ ਦੁੱਤ ਧਾਮ। ਉਹਨਾਂ ਦੇ ਕੋਲ ਲక్ష్ਮੀ ਕਿਹੜੀ ਹੈ? ਭਗਤੀ। ਕਿਉਂਕਿ ਗੁਰਬਾਣੀ ਦੇ ਵਿੱਚ ਮਹਾਰਾਜ ਕਹਿੰਦੇ ਨੇ ਦੋ ਚੀਜ਼ਾਂ ਨੇ ਸਾਧ ਸੰਗਤ। ਇੱਕ ਮਨੁੱਖ ਉਹ ਹੈ, ਜਿਵੇਂ ਮਨੁੱਖ ਸੂਰਜ ਵੱਲ ਵੇਖੇ ਨਾ, ਜਦੋਂ ਮਨੁੱਖ ਸੂਰਜ ਵੱਲ ਵੇਖਦਾ ਹੈ ਪਰਛਾਈ ਪਿੱਛੇ ਰਹਿੰਦੀ ਹੈ। ਜੇ ਸੂਰਜ ਤੋਂ ਪਿੱਟ ਕਰ ਲਈਏ ਫਿਰ ਪਰਛਾਈ ਅੱਗੇ ਰਹਿੰਦੀ ਹੈ। ਸਿਆਣੇ ਮਨੁੱਖ ਕਹਿੰਦੇ ਨੇ ਇਵੇਂ ਪਰਮਾਤਮਾ ਦਾ ਕੰਮ ਹੈ। ਪਰਮਾਤਮਾ ਇੱਕ ਸੂਰਜ ਹੈ ਤੇ ਜਿਹੜੀ ਮਨੁੱਖ ਦੀ ਪਰਛਾਈ ਹੁੰਦੀ ਹੈ ਇਹ ਮਾਇਆ ਹੈ। ਜਦੋਂ ਮਨੁੱਖ ਪਰਮਾਤਮਾ ਰੂਪੀ ਸੂਰਜ ਵੱਲ ਵੇਖੇਗਾ, ਮਾਇਆ ਇਸ ਦੇ ਪਿੱਛੇ ਪਿੱਛੇ ਹੋਏਗੀ। ਜਦੋਂ ਮਨੁੱਖ ਪਰਮਾਤਮਾ ਰੂਪੀ ਸੂਰਜ ਵੱਲ ਕੰਡ ਕਰ ਲੈਂਦਾ ਹੈ, ਪਿੱਠ ਕਰ ਲੈਂਦਾ ਹੈ, ਉਹਦੇ ਫਿਰ ਪਰਛਾਈ ਇਹਦੇ ਅੱਗੇ ਅੱਗੇ ਰਹਿੰਦੀ ਹੈ। ਸਾਰੀ ਉਮਰ ਯਤਨ ਕਰਦਾ, ਪਰਛਾਈ ਨਹੀਂ ਫੜੀ ਜਾਂਦੀ, ਨਾ ਤੇ ਕਿਸੇ ਨੇ ਪਕੜੀ ਹੈ। ਬਾਣੀ ਕਹਿੰਦੀ ਕਰ ਕਰ ਵਡੇਰੇ ਕਿਨਹੁ ਮਾਇਆ ਪੂਰੀ। ਵੱਡਿਆਂ ਵਡੇਰਿਆਂ ਨੇ ਕੰਮ ਕਰਕੇ ਵੇਖ ਲਿਆ, ਅੱਜ ਤਾਈਂ ਮਾਇਆ ਦੇ ਕਾਰਜ ਉਹ ਪੂਰੇ ਨਹੀਂ ਕਰ ਸਕੇ, ਕਿਉਂਕਿ ਪਰਛਾਈ ਨਹੀਂ ਫੜੀ ਜਾਂਦੀ। ਇਸ ਕਰਕੇ ਬਾਣੀ ਕਹਿੰਦੀ ਬ੍ਰਹਮ ਬਿੰਦੇ ਤਿਸ ਦਾ ਬ੍ਰਹਮਤਰ ਹੈ, ਏਕ ਸ਼ਬਦ ਲੈ ਬੁਲਾਏ। ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ, ਜੋ ਹਰ ਹਿਰਦੈ ਸਦਾ ਵਸਾਏ।
ਜਿਹੜੇ ਮਨੁੱਖ ਪਰਮਾਤਮਾ ਨੂੰ ਸਦਾ ਹਿਰਦੇ ਵਿੱਚ ਵਸਾਉਂਦੇ ਨੇ, ਨਵ ਨਿਧੀਆਂ ਤੇ 18 ਸਿੱਧੀਆਂ ਉਹਨਾਂ ਦੇ ਮਗਰ ਰਹਿੰਦੀਆਂ ਨੇ, ਪਰ ਉਹ ਸੰਤੋਖ ਵਿੱਚ ਰਹਿੰਦੇ ਨੇ, ਉਹਨਾਂ ਨੂੰ ਰਿੱਧੀਆਂ ਸਿੱਧੀਆਂ ਨਾਲ ਲੈਣਾ ਕੁਛ ਨਹੀਂ। ਪਰ ਮਨੁੱਖ ਆਪਣੀ ਸਾਰੀ ਜ਼ਿੰਦਗੀ ਦੇ ਵਿੱਚ ਯਤਨ ਮਾਇਆ ਨੂੰ ਪਕੜਨ ਦਾ ਕਰਦਾ ਹੈ। ਸਵੇਰੇ ਬੇਨਤੀ ਕੀਤੀ ਸਥਿਰ ਕਰਨ ਦਾ ਕਰਦਾ ਹੈ। ਮਨੁੱਖ ਇਹ ਸੋਚ ਰਿਹਾ ਮੈਂ ਸਥਿਰ ਹੋ ਜਾਵਾਂ, ਐਸੀ ਅਵਸਥਾ ਵਿੱਚ ਪਹੁੰਚ ਜਾਵਾਂ ਜਿੱਥੇ ਕੋਈ ਡਰ ਨਾ ਹੋਏ, ਐਸੀ ਅਵਸਥਾ ਵਿੱਚ ਜੀਵਨ ਬਸਰ ਕਰਾਂ ਜਿੱਥੇ ਕੋਈ ਡਰ ਨਹੀਂ, ਕੋਈ ਭੈ ਨਹੀਂ। ਉਹਦੇ ਵਾਸਤੇ ਪ੍ਰਯਤਨ ਵੀ ਸ਼ੁਰੂ ਕੀਤੇ ਨੇ। ਉਹ ਪ੍ਰਯਤਨ ਕਿਹੜੇ ਨੇ? ਮਾਇਆ ਨੂੰ ਵੱਧ ਤੋਂ ਵੱਧ ਇਕੱਠਾ ਕਰਨਾ। ਮਨੁੱਖ ਸੋਚਦਾ ਸ਼ਾਇਦ ਮਾਇਆ ਬਹੁਤ ਜ਼ਿਆਦਾ ਹੋ ਜਾਏਗੀ, ਫਿਰ ਉਹਦੇ ਨਾਲ ਮੈਨੂੰ ਇਹ ਡਰ ਨਹੀਂ ਰਹੇਗਾ ਕੱਲ ਨੂੰ ਮੇਰੀ ਜ਼ਿੰਦਗੀ 'ਚ ਕੀ ਬਣੇਗਾ, ਪੈਸਾ ਕੋਲ ਹੋਏਗਾ ਨਾਲ ਹੀ ਲਗਾ ਦੇਵਾਂਗੇ। ਇਸ ਕਰਕੇ ਮਨੁੱਖ ਮਾਇਆ ਦਾ ਆਸਰਾ ਪਕੜਦਾ ਹੈ। ਪਰ ਮਹਾਰਾਜ ਕਹਿੰਦੇ ਇਹ ਆਸਰਾ ਤੇਰਾ ਝੂਠਾ ਹੈ। ਇਹ ਆਸਰਾ ਤੇ ਐਸਾ ਹੈ ਸ਼ਾਇਦ ਦੁਨੀਆ ਵਿੱਚ ਵੀ ਨਾਲ ਨਾ ਚੱਲੇ। ਕਈ ਵਾਰੀ ਮਨੁੱਖ ਨੇ ਜਿੰਨੀ ਕੁ ਪੂੰਜੀ ਇਕੱਠੀ ਕੀਤੀ ਹੁੰਦੀ ਹੈ, ਸਾਰੀ ਉਮਰ ਉਹਦੇ ਨਾਲ ਮੋਹ ਜੋੜਿਆ ਹੁੰਦਾ, ਇੱਕੋ ਵਾਰੀ ਬਿਮਾਰ ਹੁੰਦਾ ਸਾਰੀ ਉਹ ਲੱਗ ਜਾਂਦੀ ਹੈ, ਪਤਾ ਹੀ ਨਹੀਂ ਰਹਿੰਦਾ। ਇਹ ਕੋਈ ਪਤਾ ਨਹੀਂ। ਜੇ ਇਸ ਕਰਕੇ ਬਾਣੀ ਦੇ ਵਿੱਚ ਮਹਾਰਾਜ ਕਹਿੰਦੇ ਆਸਰਾ ਮਾਇਆ ਨੂੰ ਨਾ ਬਣਾ। ਧਰ ਜੀਅੜੇ ਇੱਕ ਟੇਕ ਤੂੰ ਲਾਹੇ ਬਿਡਾਨੀ ਆਸ। ਇੱਕ ਪਰਮਾਤਮਾ ਨੂੰ ਆਸਰਾ ਬਣਾ, ਦੂਜੇ ਆਸਰੇ ਸਾਰੇ ਛੱਡ ਦੇ। ਪਰ ਮਨੁੱਖ ਆਪਣੀ ਜ਼ਿੰਦਗੀ ਵਿੱਚ ਜਿੱਥੇ ਰਹਿ ਰਿਹਾ ਹੈ, ਇੱਕ ਤੇ ਉਮਰ ਲੰਬੀ ਚਾਹੁੰਦਾ ਹੈ, ਦੂਜਾ ਜਿੱਥੇ ਰਹਿੰਦਾ ਉਸ ਸੁਸਾਇਟੀ ਦੇ ਵਿੱਚ ਨਾਮ ਬੜਾ ਤਕੜਾ ਕਰਨਾ ਚਾਹੁੰਦਾ ਹੈ। ਇਹ ਚਾਹੁੰਦਾ ਜਿੱਥੇ ਵੀ ਮੈਂ ਜਾਵਾਂ ਹਰੇਕ ਮਨੁੱਖ ਮੇਰੇ ਅੱਗੇ ਪਿੱਛੇ ਹੋਏ, ਬਸ ਮੇਰਾ ਹੀ ਨਾਮ ਜਪੇ ਹਰ ਕੋਈ, ਹਰੇਕ ਸਮੇਂ ਮੇਰੀਆਂ ਹੀ ਸਿਫਤਾਂ ਚੱਲਦੀਆਂ ਰਹਿਣ। ਉਹ ਏਡਾ ਵੱਡਾ ਉਹਦਾ ਇਹ ਹਰੇਕ ਮਨੁੱਖ ਦੇ ਅੰਦਰ ਇਹ ਪਿਆਸ ਹੈ। ਇਹਨੂੰ ਹੀ ਹੰਕਾਰ ਗਿਣਿਆ ਬਾਣੀ ਨੇ। ਹਰੇਕ ਮਨੁੱਖ ਦੇ ਅੰਦਰ ਪਿਆਸ ਹੈ, ਹਰੇਕ ਮਨੁੱਖ ਦੀ ਜ਼ਬਾਨ ਤੇ ਮੇਰਾ ਹੀ ਨਾਮ ਹੋਵੇ, ਉਹਦੇ ਪ੍ਰਾਣਾਂ ਦੀ ਪਿਆਸ ਹੈ। ਇਹਨੂੰ ਹਉਮੈ ਵੀ ਕਹਿ ਸਕਦੇ ਹਾਂ ਅਸੀਂ। ਜਦੋਂ ਤੱਕ ਇਹ ਹਉਮੈ ਅੰਦਰ ਹੈ ਉਦੋਂ ਤੱਕ ਘੱਟੋ ਘੱਟ ਪਰਮਾਤਮਾ ਦਾ ਨਾਮ ਤੇ ਨਹੀਂ। ਹੁਣ ਇਹ ਇਹਦੇ ਪ੍ਰਾਣਾਂ ਦੀ ਪਿਆਸ ਹੈ, ਫਿਰ ਮਨੁੱਖ ਦਿਨ ਰਾਤ ਇਹਦੇ ਵਾਸਤੇ ਯਤਨ ਕਰਦਾ ਹੈ। ਦਿਨ ਰਾਤ ਜਿੰਨੇ ਕਰਮ ਕਰਦਾ, ਭਾਵੇਂ ਧਾਰਮਿਕ ਵੀ ਕਰੇ, ਇਹਦੇ ਕਰਕੇ ਕਰਦਾ ਹੈ। ਮਨੁੱਖ ਦਾ ਹਰੇਕ ਕਰਮ ਹਉਮੈ ਆਸ਼ਰਿਤ ਕਿਉਂ ਹੈ? ਇਸ ਕਰਕੇ ਕਿ ਹਰੇਕ ਕਰਮ ਦੇ ਪਿੱਛੋਂ ਆਪਣਾ ਨਾਮ ਜਪਾਉਣਾ ਚਾਹੁੰਦਾ ਹੈ। ਦੇ ਦੇ ਮੰਗੇ ਸਹਸਾ ਗੁਣਾ ਸ਼ੋਭ ਕਰੇ ਸੰਸਾਰ। ਸੰਸਾਰ ਵਿੱਚ ਸ਼ੋਭਾ ਲਈ, ਸੰਸਾਰ ਵਿੱਚ ਉਸਤਿਤੀ ਲਈ ਮਨੁੱਖ ਕਰਮ ਕਰਦਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਮਾਇਆ ਅਰਥ ਕਰਮ ਨਾ ਕਰ, ਆਪਣਾ ਕਰਮ ਕਰ, ਬਸ ਸਿਰਫ ਕਰਮ ਕਰ, ਔਰ ਕਰਮ ਇਮਾਨਦਾਰੀ ਨਾਲ ਕਰ ਜੋ ਵੀ ਕਰ ਰਹੇ। ਔਰ ਕਰਮ ਹੀ ਮਨੁੱਖ ਦੇ ਹੱਥ ਵਿੱਚ ਹੈ। ਇਹ ਜ਼ਰੂਰੀ ਨਹੀਂ ਹੈ ਕਰਮ ਬੜੀ ਚੰਗੀ ਤਰ੍ਹਾਂ ਕਰੇਗਾ ਤੇ ਉਹ ਕਰਮ ਚੰਗਾ ਫਲ ਵੀ ਦੇਗਾ, ਇਹਦੇ ਹੱਥ ਵਿੱਚ ਨਹੀਂ। ਸਿਰਫ ਕਰਮ ਮਨੁੱਖ ਦੇ ਹੱਥ ਵਿੱਚ ਹੈ, ਫਲ ਇਹਦੇ ਹੱਥ ਵਿੱਚ ਨਹੀਂ। ਜਿਹਨੂੰ ਜੋ ਕੁਝ ਵੀ ਮਿਲਿਆ ਉਹਦੇ ਕਰਮਾਂ ਦਾ ਮਿਲਿਆ, ਔਰ ਕਰਮਾਂ ਦੇ ਅਨੁਸਾਰ ਉਹ ਜਾ ਵੀ ਸਕਦਾ ਹੈ, ਇਹ ਵੀ ਗੱਲ ਨਹੀਂ। ਇਸ ਕਰਕੇ ਮਨੁੱਖ ਕਰਮਾਂ ਦੇ ਅਨੁਸਾਰ ਸਭ ਕੁਝ ਲੈਂਦਾ ਹੈ। ਇਸ ਕਰਕੇ ਬਾਣੀ ਕਹਿੰਦੀ ਜੋ ਬੀਜੈ ਸੋ ਲੁਣੈ, ਕਰਮਾ ਸੰਦ ਰਾਖੇ, ਆਪਨ ਬੀਜ ਆਪ ਹੀ ਖਾਓ। ਮਨੁੱਖ ਆਪਣੇ ਆਪ ਬੀਜਦਾ ਹੈ, ਆਪਣੇ ਆਪ ਹੀ ਖਾਂਦਾ ਹੈ। ਹੁਣ ਬੀਜ ਰਿਹਾ, ਇਹਨੂੰ ਖਾਣਾ ਪਏਗਾ। ਜੋ ਕੁਝ ਅੱਜ ਬੀਜਿਆ ਕੱਲ ਨੂੰ ਖਾਣਾ ਪਏਗਾ। ਜਿਵੇਂ ਜਿਵੇਂ ਅੱਜ ਕਰੀ ਜਾਂਦਾ ਹੈ, ਜਿਸ ਦਿਨ ਅੰਤਮ ਛੋਰ ਤੇ ਜਾਏਗਾ ਜ਼ਿੰਦਗੀ ਦੇ, ਜਿੱਥੇ ਇਹਦੀ ਵਾਸ਼ਨਾ ਟਿਕ ਜਾਏਗੀ, ਦੁਬਾਰਾ ਫਿਰ ਇਹਨੂੰ ਵਾਸ਼ਨਾ ਜਨਮ ਦਵਾ ਦੇਗੀ। ਕਿਉਂਕਿ ਵਾਸ਼ਨਾ ਤੇ ਪੂਰੀ ਕਰਨੀ ਪਏਗੀ, ਮਨ ਦੀਆਂ ਵਾਸ਼ਨਾਵਾਂ ਨੇ। ਜਦੋਂ ਤੱਕ ਮਨ ਖਤਮ ਨਹੀਂ ਹੋਏਗਾ, ਬਾਰ-ਬਾਰ ਇਹਨੂੰ ਆਉਣਾ ਪਏਗਾ ਸਰੀਰ ਲੈ ਲੈ ਕੇ ਦੁਨੀਆ ਤੇ। ਇਸ ਕਰਕੇ ਗੁਰੂ ਸਾਹਿਬ ਜੀ ਮਹਾਰਾਜ ਇੱਕ ਰਾਜੇ ਦੀ ਤਰ੍ਹਾਂ ਨੇ। ਭਗਤੀ ਜਿਨ੍ਹਾਂ ਦੀ ਲక్ష్ਮੀ ਹੈ ਤੇ ਗਿਆਨ ਦਾ ਮੁਕਟ, ਕਿਉਂਕਿ ਜਦੋਂ ਭਗਤੀ ਹੁੰਦੀ ਗਿਆਨ ਆਪਣੇ ਆਪ ਹੀ ਉਜਾਗਰ ਹੁੰਦਾ ਹੈ। ਅਕਸਰ ਜਿਹੜੇ ਬਾਣੀ ਦੇ ਵਿੱਚ ਸ਼ਬਦ ਆਉਂਦਾ ਹੈ ਨਾ, ਭਗਤਾਂ ਕੀ ਚਾਲ ਨਿਰਾਲੀ। ਨਿਰਾਲੀ ਦਾ ਮਤਲਬ ਕੀ ਹੈ? ਭਗਤਾਂ ਦੇ ਜਿਹੜੇ ਕਰਮ ਨੇ ਉਹ ਦੁਨੀਆ ਨਾਲੋਂ ਵੱਖਰੇ ਹੁੰਦੇ ਨੇ। ਇਸ ਕਰਕੇ ਬਹੁਤੀ ਵਾਰੀ ਭਗਤਾਂ ਦਾ ਸੰਸਾਰੀਆਂ ਨਾਲ ਜੋੜ ਨਹੀਂ ਬਹਿੰਦਾ। ਕਿਉਂ?
क्योंकि संसारी वो कर्म करते हैं लोग ਜਿਹੜੇ ਸਾਰੇ ਕਰਦੇ ਹੋਣ, पर भगत दुनिया पिछे नहीं चलता, भगत परमात्मा पिछे चलता है। वो कर्म करेगा जिहड़ा कर्म सच्चा होएगा, पर दुनिया वो वाला कर्म करेगी जिहड़ा सारी दुनिया करती होएगी। इस करके मनुख भीड़ के अनुसार चलता है, जिवें भीड़ करती उवें मनुख करता है। जिवें भीड़ तो वखरा होएगा नालों नाल इहदी निंदा शुरू हो जाएगी। तो इस करके भगतां नूं बड़ा निंदिया गया, क्यों वख चले। भगतां तै संसारियां जोड़ कदे ना आया। भगत दा ते संसारी दा जोड़ नहीं होंदा। काहदा जोड़? शरीर दा जोड़ नहीं। शरीर दा ते जोड़ है, मत दा जोड़ नहीं आएगा। भगत ने सच बोलना है, अगले दे मूँह ते कह देना भाई ये तेरी गल गलत है। हुण जिन्हें सच मूँह ते कहना है उहदे नाल ते दुनिया नाराज होना ही है। इस करके बहुती वारी भगतां नूं सूलियां ते लटकाया गया, पागलां नूं पूजिया गया। भगतां नूं दुनिया एकदम नहीं समझती, 100 साल बाद समझती है। जिस दिन गुरु नानक साहब घरों तुरे दुनिया नहीं समझिया। गुरु नानक नूं वट्टे भी मारे ते भूतना भी किया। कोई कहे भूतना, को कहे बैताला। भूतने का मतलब हुंदा तू आदमी नहीं है। याद रखना साध संगत, बड़ी वरी जेड़े भगत हुंदे ने, भगतां नूं दुनिया विच निंदिया जाता है। कारण की है? क्योंकि भगत वो वाली चाल नहीं चलते जिहड़ी चाल ते दुनिया चलती है। एक बार एक राजे दे राज विच काल पै गया। सारी जनता इकट्ठी हो भी, चलो बारिश पै जाए। सारे इकट्ठे हो गए, बारिश पैण लई अरदास बेनती की। वो जेडे उत्थों दे मौलवी साध ने, वो कहते बारिश तो पै जाएगी, पर जिथे जिथे भी बारिश का पानी पएगा जेडे पीणगे वो कमले हो जाएंगे। कहते ठीक है, कोई गल नहीं, बारिश पैनी चाहिए है, लोग बचने चाहिए, कमले भी जी लैणगे। राजे ते वजीर ने सोचा असी चलो ना पीवांगे, पी लैणगे सारे। सारिਆਂ ने पानी पीता, कमले हो गए। इकट्ठे होके राजे के दरबार अगे आ गए। कहते असी राजा बदलना है। क्यों? कहते साडे तो वखरियां गल्लां करदा, ये पागल है। राजा ते वजीर पागल हो गए ना, असी सियाणे हैं। राजा कहता कमाल की गल हो गई, पानी पी के पागल तो आप होए ने, सानू पागल दस रहे ने। इस करके जिहड़ा सियाणा मनुख हुंदा है वो पागलों की भीड़ दे विच वो कमला हो जाता है। पागल सियाणे मनते हैं अपने आप को। ताई करके भगतां ते संसारियां दा जोड़ नहीं आउंदा, क्योंकि इस करके कहा जाता है मूर्खां दी सभा दे विच सियाणी गल करनी भी मूर्खता है। मूर्खां दी सभा दे विच सियाणी गल करनी भी मूर्खता है। हुण वो कहंदा, राजा कहंदा की करिए? कहंदे करना की है, तू भी माड़ा जा पानी पीते इन्हां वर्गा हो जा, ताई तो राज कायम रहना। राज भी तो कायम रखना, इन्हां वर्गा होना ही पएगा। इस करके भगतां ते संसारियां जोड़ कदे ना आया। जोड़ आउंदा ही नहीं। भगत ने गल बड़ी उच्ची करनी है, संसारी ने गल बड़ी छोटी करनी है। इस करके भगत मनुख दा ते संसारी मनुख दा कदे भी जोड़ नहीं आउंदा है। पूरण सिख सुभ मत सचव, राजत सतगुर राम। हुण गुरु रामदास जी दा वजीर कौन है? कहते जेडे पूर्ण गुरसिख ने, सच्चाई ते चलण वाले गुरसिख हन, वो गुरु रामदास दे वजीर हन। ते गुरु रामदास जी गुरता गद्दी ते शोभ रहे हन। मैत्री त्रित करुणा किमा, मुदता आठो जाम। मैत्री धीरज किरपा खिमा ते 8 पैर, इन्हां 8 पैरां दे गुरु जी प्रसन्न रहंदे ने। गुण किहड़े किहड़े ने? मैत्री मित्रता दे नाल रहना, धीरजता, किरपा खिमा, ये अत्याधिक गुण गुरु जी दे विच हन। सैतन की सेना सहत, राजत सतगुर राम। सयंदन दी सेना, प्रसन्नता दी सेना, प्रसन्नता दी सेना दे नाल गुरु साहब जी अपना जिहड़ा बादशाही तख्त है उत्ते विराज रहे हन। सरासार विचार बर, दिढ़ विराग अभिराम। सार ते असार दी श्रेष्ठ विचार,
ਚੰਗੇ ਤੇ ਮਾੜੇ ਦੀ ਵਿਚਾਰ। ਇੱਕ ਤੇ ਇਹ ਗੱਲ ਸਾਧ ਸੰਗਤ। ਦੂਜੀ ਗੱਲ ਉਹ ਕਹਿੰਦੇ ਨੇ ਵਿਰਾਗ ਅੰਦਰ ਹੋਣਾ। ਜਿਹੜਾ ਸਿਆਣਾ ਮਨੁੱਖ ਹੁੰਦਾ ਹੈ ਉਹਦੀ ਪਛਾਣ ਇੱਕ ਹੀ ਹੈ, ਉਹ ਕੋਈ ਵੀ ਕਰਮ ਕਰਦਾ ਹੈ, ਹਰੇਕ ਕਰਮ ਤੋਂ ਪਹਿਲਾਂ ਉਸ ਕਰਮ ਦੇ ਕੀ ਨੁਕਸਾਨ ਨੇ, ਕੀ ਫਾਇਦੇ ਨੇ, ਇਹ ਲੱਭ ਲੈਂਦਾ ਹੈ। ਜਿਹੜਾ ਮਨੁੱਖ ਕਰਮ ਕਰਨ ਤੋਂ ਪਹਿਲਾਂ ਆਪਣੇ ਕਰਮ ਬਾਰੇ ਨਹੀਂ ਸੋਚਦਾ, ਉਹਦੇ ਮਾੜੇ ਜਿਹੜੇ ਪਰਿਣਾਮ ਆਉਣਗੇ ਉਹ ਉਹਨੂੰ ਸਹਿਣੇ ਪੈਣਗੇ, ਆਉਂਦੇ ਨੇ। ਇਸ ਕਰਕੇ ਮਨੁੱਖ ਨੂੰ ਚਾਹੀਦਾ ਹੈ ਕਰਮ ਕਰਨ ਤੋਂ ਪਹਿਲਾਂ ਉਹਨਾਂ ਕਰਮਾਂ ਦੇ ਬਾਰੇ ਸੋਚ ਲਵੇ। ਤਾਂ ਹੀ ਬਾਣੀ ਦੇ ਵਿੱਚ ਕਹਿੰਦਾ ਜਿਹੜੇ ਤੂੰ ਕਰਮ ਬੀਜ ਰਹੇ ਹੈ, ਕਰਮ ਕਰਨ ਤੋਂ ਪਹਿਲਾਂ ਸੋਚ ਲੈ, ਕਿਉਂਕਿ ਇਹ ਜਿਹੜੇ ਕਰਮ ਬੀਜੇਗਾ ਇਹ ਕਰਮ ਵੱਢਣੇ ਵੀ ਪੈਣਗੇ। ਫਰੀਦਾ ਲੋੜ ਹੈ ਦਾਖ ਬਿਜੂਰੀਆਂ ਕਿਕਰ ਬੀਜੈ ਜੱਟ। ਇੱਕ ਜ਼ਿਮੀਦਾਰ, ਜੱਟ ਕਹਿੰਦੇ ਜ਼ਿਮੀਦਾਰ ਨੂੰ, ਇੱਕ ਜ਼ਿਮੀਦਾਰ ਆਪਣੀ ਖੇਤ ਦੇ ਵਿੱਚ ਚਾਹੁੰਦਾ ਤੇ ਇਹ ਹੈ ਦਾਖਾਂ ਮੈਨੂੰ ਮਿਲਣ, ਤੇ ਬੀਜ ਦਿੱਤੇ ਨੇ ਉਹਨੇ ਕਿੱਕਰ ਦੇ ਬੀਜ। ਫਿਰ ਕਿੱਕਰ ਦੇ ਵਿੱਚੋਂ ਦਾਖਾਂ ਕਿਵੇਂ ਲੱਭਣਗੀਆਂ? ਇਸ ਕਰਕੇ ਜੋ ਮਨੁੱਖ ਬੀਜ ਰਿਹਾ ਹੈ ਉਹਨੂੰ ਅਵਸ਼ ਵੱਢਣਾ ਪਏਗਾ। ਔਰ ਬੀਜਿਆ ਇਕੱਲਾ ਹੱਥਾਂ ਨਾਲ ਨਹੀਂ ਜਾਂਦਾ। ਧਰਮ ਦੀ ਦੁਨੀਆ ਦੇ ਵਿੱਚ ਮਨੁੱਖ ਬੀਜ ਬੀਜਦਾ ਹੈ, ਮਨ ਦੇ ਨਾਲ ਵੀ ਬੀਜਦਾ ਹੈ, ਜੀਭ ਨਾਲ ਵੀ ਬੀਜਦਾ ਹੈ, ਹੱਥਾਂ ਨਾਲ ਵੀ ਬੀਜਦਾ ਹੈ। ਕਈ ਵਾਰੀ ਮਨੁੱਖ ਕਿਸੇ ਦਾ ਮਾੜਾ ਹੱਥਾਂ ਕਰਕੇ ਨਹੀਂ ਕਰਦਾ, ਪਰ ਮਨ ਕਰਕੇ ਕਰ ਦਿੰਦਾ ਹੈ। ਹੁਣ ਜਿਹੜਾ ਮਨ ਕਰਕੇ ਮਾੜਾ ਕਰ ਲਿਆ ਇਹ ਵੀ ਇਹਨੂੰ ਵੱਢਣਾ ਪਏਗਾ। ਜੀਭ ਕਰਕੇ ਮਾੜੇ ਬਚਨ ਕਿਸੇ ਨੂੰ ਬੋਲ ਦਿੱਤੇ ਨੇ, ਇਹ ਮਾੜੇ ਬਚਨ ਵੀ ਇਸ ਨੂੰ ਵੱਢਣੇ ਪੈਂਦੇ ਹਨ। ਜੋਗ ਧਰਮ ਗਜ ਚਮੁੰਗ ਇਹੋ ਰਾਜਤ ਸਤਿਗੁਰ ਨਾਮ। ਯੋਗ ਧਰਮ ਜੋ ਹੈ ਪਰਮਾਤਮਾ ਦੇ ਨਾਲ ਜੁੜਨਾ, ਇਹ ਗੁਰੂ ਸਾਹਿਬ ਜੀ ਦਾ ਸ੍ਰੇਸ਼ਟ ਹਾਥੀ ਸੇਨਾ ਹੈ, ਤੇ ਇਸ ਸੇਨਾ ਦੇ ਵਿੱਚ ਹੀ ਗੁਰੂ ਰਾਮਦਾਸ ਜੀ ਵਿਰਾਜ ਰਹੇ ਹਨ। ਸਮ ਦਮ ਜੋਗ ਸੋ ਨੇਮ ਯਮ ਉਪਰਤ ਤਤ ਕਿਆ ਨਾਮ। ਜਿਹੜੇ ਯੋਗ ਹੁੰਦੇ ਨੇ ਨਾ, ਯੋਗ ਮਤ, ਉਹਦੇ 8 ਪ੍ਰਮੁੱਖ ਅੰਗ ਨੇ, ਜਿਹਦੇ ਵਿੱਚ ਸਮ ਦਮ ਨੇਮ ਯਮ ਉਪਰਤ ਉਪਰਾਮਤਾ ਤਿਤਿਖਿਆ, ਇਹ ਸਾਰੇ ਉਸ ਦੇ ਕਰਮ ਨੇ। ਸਮ ਦਾ ਮਤਲਬ ਆਪਣੀਆਂ ਇੰਦਰੀਆਂ ਤੇ ਕਾਬੂ ਰੱਖਣਾ, ਦਮ ਦਾ ਮਤਲਬ ਇੰਦਰੀਆਂ ਨੂੰ ਕਾਬੂ ਦੇ ਵਿੱਚ ਰੱਖਣਾ, ਨੇਮ ਨਿਧਿਆਸਨ ਕਰਨਾ, ਬਾਰ-ਬਾਰ ਜੋ ਉਹਨੇ ਮਨ ਦੇ ਵਿੱਚ ਧਾਰਿਆ ਹੋਇਆ ਬਾਰ-ਬਾਰ ਉਹਨੂੰ ਯਾਦ ਕਰਨਾ, ਆਪਣੀ ਇੰਦਰੀਆਂ ਦੇ ਉੱਤੇ ਕਾਬੂ ਰੱਖਣਾ, ਇਹ ਸਾਰੀ ਹੀ ਗੁਰੂ ਜੀ ਦੀ ਸੇਨਾ ਹੈ। ਸਭ ਤੁਰੰਗ ਕੀ ਬਾਣੀ ਰਾਜਤ ਸਤਿਗੁਰ ਨਾਮ। ਇਹ ਸਾਰੀ ਦੀ ਸਾਰੀ ਘੋੜਿਆਂ ਦੀ ਸੇਨਾ ਹੈ ਗੁਰੂ ਰਾਮਦਾਸ। ਇਹ ਕਿੰਨੇ ਗੁਣ ਦੱਸ ਰਹੇ ਨੇ, ਇਹਨਾਂ ਦੇ ਵਿੱਚ ਗੁਰੂ ਰਾਮਦਾਸ ਜੀ ਵਿਰਾਜ ਰਹੇ ਹਨ। ਸਰਦਾ ਸੋਚ ਸੋ ਬੰਦ ਪਰ ਸਭ ਸੁਭ ਕਰਮ ਬਿਰਾਮ। ਗੁਰੂ ਜੀ ਦੇ ਕੋਲ ਸ਼ਰਧਾ, ਸੁਚਮ, ਸ੍ਰੇਸ਼ਟ ਬੁੱਧੀ ਤੇ ਸ਼ੁਭ ਕਰਮ, ਇਹ ਸਾਰੇ ਹੀ ਗੁਰੂ ਜੀ ਦੇ ਕੋਲ ਹਨ। ਆਪਾਂ ਬੜੀ ਵਾਰੀ ਬੇਨਤੀ ਕੀਤੀ ਸਾਧ ਸੰਗਤ, ਇੱਕ ਧਾਰਮਿਕ ਮਨੁੱਖ ਦਾ ਪਤਾ ਕਿੱਥੋਂ ਲੱਗੇਗਾ? ਉਹਦੇ ਗੁਣਾਂ ਤੋਂ। ਕਦੇ ਵੀ ਕਿਸੇ ਪਦਾਰਥ ਦੀ ਖੋਜ ਹੁੰਦੀ ਹੈ, ਪਦਾਰਥ ਦਾ ਪਤਾ ਲੱਗਦਾ ਹੈ ਉਹਦੇ ਗੁਣਾਂ ਤੋਂ, ਮਨੁੱਖ ਦਾ ਪਤਾ ਲੱਗਦਾ ਹੈ ਉਹਦੇ ਗੁਣਾਂ ਤੋਂ। ਇਸ ਕਰਕੇ ਸਿਆਣੇ ਮਨੁੱਖ ਕਿਸੇ ਦੇ ਬੋਲਾਂ ਦੇ ਉੱਤੇ ਨਹੀਂ ਮੋਹਿਤ ਹੋ ਜਾਂਦੇ। ਸਿਆਣਾ ਮਨੁੱਖ ਬੋਲ ਨਹੀਂ ਵੇਖਦਾ, ਉਹਦੀ ਜ਼ਿੰਦਗੀ ਦੇ ਕਰਮ ਵੇਖਦਾ, ਉਹਦੇ ਗੁਣ ਵੇਖਦਾ, ਇਹਦੇ ਵਿੱਚ ਗੁਣ ਕਿੰਨੇ ਨੇ। ਗੁਣਾਂ ਦੇ ਹਿਸਾਬ ਦੇ ਨਾਲ ਮਨੁੱਖ ਦੀ ਕਦਰ ਪੈਂਦੀ ਹੈ, ਸਰੀਰਾਂ ਦੇ ਹਿਸਾਬ ਨਾਲ ਨਹੀਂ। ਮੈਨੂੰ ਅਸ਼ਟਾਵਕਰ ਦੀ ਗੱਲ ਯਾਦ ਆਉਂਦੀ। ਅਸ਼ਟਾਵਕਰ ਜਦੋਂ ਜਾਂਦਾ ਹੈ ਰਾਜਾ ਜਨਕ ਦੀ ਸਭਾ ਵਿੱਚ, ਅਸ਼ਟਾਵਕਰ ਦੇ ਸਰੀਰ ਵਿੱਚ 8 ਵਲ ਪੈਂਦੇ ਨੇ। ਸਭਾ ਵਿੱਚ ਗਿਆ, ਰਾਜੇ ਜਨਕ ਨੇ ਇਹ ਆਖਿਆ ਹੋਇਆ ਸੀ ਜਿਹੜਾ ਵੀ ਮੈਨੂੰ ਗਿਆਨ ਕਰਾ ਦੇਗਾ ਘੋੜੇ ਤੇ ਚੜ੍ਹਦੇ ਚੜ੍ਹਦੇ ਨੂੰ, ਕੋਈ ਨਾ ਅੱਗੇ ਯਾਰ। ਅਸ਼ਟਾਵਕਰ ਗਿਆ, ਸਰੀਰ ਉਹਦਾ ਬੜਾ ਬਦਸੂਰਤ ਸੀ। ਸਭਾ ਵਿੱਚ ਗਿਆ, ਉਹਨੂੰ ਵੇਖ ਕੇ ਸਾਰੇ ਮੰਤਰੀ ਹੱਸਣ ਲੱਗ ਗਏ। ਅਸ਼ਟਾਵਕਰ ਕਹਿੰਦਾ, ਰਾਜਾ ਮੈਂ ਤੇ ਇਹ ਸਮਝ ਕੇ ਆਇਆ ਸੀ ਤੇਰਾ ਦਰਬਾਰ ਸਿਆਣਿਆਂ ਦਾ ਹੋਏਗਾ, ਤੇਰਾ ਤੇ ਸਾਰਾ ਦਰਬਾਰ ਹੀ ਕਮਲਿਆਂ ਦਾ ਹੈ। ਰਾਜਾ ਕਹਿੰਦਾ, ਕਿਉਂ? ਕਮਲਿਆਂ ਦਾ ਕਿਉਂ ਹੈ? ਤੇਰੇ ਦਰਬਾਰ ਦੇ ਵਿੱਚ ਤੇ ਸਾਰੇ ਚੰਮ ਦੇ ਉੱਤੇ ਜਿਹੜੀ ਨਿਗਾਹ ਰੱਖਦੇ ਨੇ ਉਹ ਬੈਠੇ ਹੋਏ ਨੇ। ਕੋਈ ਮਨੁੱਖ
ਜ਼ਿੰਦਗੀ ਦੇ ਵਿੱਚ ਨੀਚ ਹੈ, ਉਹ ਇਸ ਕਰਕੇ ਨਹੀਂ ਕਿਸੇ ਜਾਤੀ 'ਚ ਪੈਦਾ ਹੋਇਆ ਹੈ, ਆਪਣੇ ਕਰਮਾਂ ਕਰਕੇ ਨੀਚ ਹੈ। ਕਹਿੰਦੇ ਮੈਨੂੰ ਐਵੇਂ ਲੱਗਦਾ ਤੇ ਚੰਮ ਦੇ ਪੁਜਾਰੀ ਬੈਠੇ ਹੋਏ ਨੇ ਤੇਰੀ ਸਭਾ ਦੇ ਵਿੱਚ ਸਾਰੇ। ਕਹਿੰਦੇ ਕਿਉਂ? ਕਹਿੰਦੇ ਮੇਰੇ ਸਰੀਰ ਨੂੰ ਵੇਖ ਕੇ ਹੀ ਹੱਸ ਪਏ ਨੇ। ਮਨੁੱਖ ਜੇ ਹੱਸਣਾ ਵੀ ਹੈ, ਪਹਿਲੀ ਗੱਲ ਤੇ ਹੱਸਣਾ ਹੀ ਨਹੀਂ, ਕਿਸੇ ਦੇ ਵਿਚਾਰਾਂ ਤੇ ਵੀ ਨਹੀਂ ਹੱਸਣਾ। ਕਹਿੰਦੇ ਇਹਨਾਂ ਮੇਰਾ ਸਰੀਰ ਵੇਖਿਆ, ਸਰੀਰ ਵੇਖ ਕੇ ਹੱਸ ਪਏ ਨੇ। ਗੱਲ ਤੇ ਇਹਨਾਂ ਨਾਲ ਮੇਰੀ ਕੋਈ ਹੋਈ ਨਹੀਂ, ਵਿਚਾਰ ਵਟਾਂਦਰਾ ਤੇ ਕੋਈ ਹੋਇਆ ਨਹੀਂ। ਇਹਦਾ ਮਤਲਬ ਮੈਨੂੰ ਇਹ ਲੱਗਦਾ ਇਹ ਤੇਰੇ ਸਾਰੇ ਦਰਬਾਰੀ ਕਮਲੇ ਨੇ, ਸਾਰੇ ਦਰਬਾਰੀ ਮੂੜ ਨੇ, ਮੂਰਖ ਨੇ, ਇਹਨਾਂ ਦੇ ਕੋਲ ਗਿਆਨ ਨਹੀਂ ਹੈ। ਭਉ ਤਪ ਭਾਉ ਜੋ ਪੈ ਕਦਲ, ਰਾਜਤ ਸਤਿਗੁਰ ਨਾਮ। ਭੈ ਅਤੇ ਤਪ, ਇਹ ਗੁਰੂ ਸਾਹਿਬ ਜੀ ਦੀ ਪੈਦਲ ਸੇਨਾ। ਵੇਖੋ ਕਵੀ ਸੰਤੋਖ ਸਿੰਘ ਜੀ ਗੁਰੂ ਜੀ ਨੂੰ ਇੱਕ ਰਾਜੇ ਦੀ ਤਰੀਕੇ ਨਾਲ ਦਰਸਾ ਰਹੇ ਨੇ ਵੀ ਜਿਵੇਂ ਰਾਜੇ ਦੇ ਕੋਲ ਹਾਥੀਆਂ ਦੀ ਸੇਨਾ ਹੁੰਦੀ ਹੈ, ਘੋੜਿਆਂ ਦੀ ਸੇਨਾ ਹੁੰਦੀ ਹੈ, ਪੈਦਲ ਸੇਨਾ ਹੁੰਦੀ ਹੈ, ਐਵੇਂ ਗੁਰੂ ਸਾਹਿਬ ਜੀ ਦੀ ਜਿਹੜੀ ਪੈਦਲ ਸੇਨਾ ਕਿਹੜੀ ਹੈ? ਪੈਦਲ ਸੇਨਾ ਹੈ ਪਰਮਾਤਮਾ ਦੇ ਭੈ ਵਿੱਚ ਰਹਿਣਾ ਤੇ ਤਪ, ਪਰਮਾਤਮਾ ਦੀ ਬੰਦਗੀ ਕਰਨਾ। ਪ੍ਰੇਮ ਬਲੀ ਸੇਨਾਪਤੀ, ਹਰ ਕੀਰਤਨ ਅਬਿਰਾਮ। ਮਹਾਰਾਜ ਜੀ ਦਾ ਸੇਨਾਪਤੀ ਹੈ ਪ੍ਰੇਮ, ਔਰ ਉਹ ਕਿਸਮਤ ਵਾਲੇ ਮਨੁੱਖ ਨੇ ਜਿਨ੍ਹਾਂ ਨੂੰ ਪਰਮਾਤਮਾ ਨੇ ਪ੍ਰੇਮ ਸੇਨਾਪਤੀ ਦਿੱਤਾ ਹੋਇਆ। ਜਦੋਂ ਪ੍ਰੇਮ ਹੁੰਦਾ ਹੈ ਹਮੇਸ਼ਾ ਮਨੁੱਖ ਦੇ ਮਨ ਅੰਦਰ ਕੀਰਤਨ ਹੀ ਚੱਲਦਾ ਰਹਿੰਦਾ ਹੈ ਪਰਮਾਤਮਾ ਦਾ। ਪ੍ਰੇਮ ਹੋਣਾ ਚਾਹੀਦਾ। ਪ੍ਰੇਮ ਕਿਤੇ ਵੀ ਹੋ ਸਕਦਾ ਹੈ ਮਨੁੱਖ ਨੂੰ। ਕਿਸੇ ਨੂੰ ਮਾਇਆ ਦੇ ਅਰਥ ਪ੍ਰੇਮ ਹੈ, ਕਿਸੇ ਨੂੰ ਪਰਮਾਤਮਾ ਨਾਲ ਪ੍ਰੇਮ ਹੈ। ਪਰ ਜਿੱਥੇ ਵੀ ਜੇ ਮਾਇਆ ਨਾਲ ਵੀ ਪ੍ਰੇਮ ਹੈ, ਫਿਰ ਜਿੱਥੇ ਪ੍ਰੇਮ ਹੁੰਦਾ ਮਨੁੱਖ ਉਹਦੀ ਰਾਖੀ ਵਿੱਚ ਹੀ ਲੱਗਾ ਰਹਿੰਦਾ ਹੈ 24 ਘੰਟੇ, ਉਹਨੂੰ ਯਾਦ ਰੱਖਦਾ 24 ਘੰਟੇ। ਜਿਹੜੀ ਚੀਜ਼ ਨਾਲ ਪ੍ਰੇਮ, ਉਹਦੀ ਚਿੰਤਾ ਵੀ ਰਹਿੰਦੀ ਹੈ ਕਿਤੇ ਇਹ ਤੋਂ ਮੇਰੀ ਲੜੀ ਟੁੱਟ ਨਾ ਜਾਏ। ਜੇ ਕਿਸੇ ਨੂੰ ਪਰਮਾਤਮਾ ਨਾਲ ਪ੍ਰੇਮ ਲੱਗਿਆ, ਗੁਰੂ ਦੇ ਬਚਨਾਂ ਨਾਲ ਪ੍ਰੇਮ ਲੱਗਿਆ, ਉਹ ਹਮੇਸ਼ਾ ਇੱਕ ਹੀ ਗੱਲ ਯਾਦ ਰੱਖਦਾ ਆਪਣੀ ਜ਼ਿੰਦਗੀ ਵਿੱਚ ਕੋਈ ਵੀ ਕੰਮ ਕਰਨ ਤੋਂ ਪਹਿਲਾਂ, ਮੈਂ ਇਹ ਕਰਮ ਕਰਨ ਲੱਗਿਆ ਕਿ ਇਹ ਕਰਮ ਮੇਰਾ ਗੁਰੂ ਤੋਂ ਉਲਟ ਤੇ ਨਹੀਂ। ਸਾਧ ਸੰਗਤ ਬੜੇ ਮਨੁੱਖ ਨੇ, ਕਿਉਂਕਿ ਮਨੁੱਖ ਨੇ ਜੇ ਜ਼ਿੰਦਗੀ ਵਿੱਚ ਪਾਰ ਉਤਾਰਾ ਕਰਾਉਣਾ ਹੈ, ਉਹਦੇ ਅਗਲੇ ਬੰਨੇ ਗੁਰੂ ਚੱਲਣਾ ਚਾਹੀਦਾ ਹੈ। ਅਗਲੇ ਬੰਨੇ ਦਾ ਭਾਵ ਜਦੋਂ ਵੀ ਉਹਦੇ ਅੰਦਰ ਵਿਚਾਰ ਆਏ, ਹਰੇਕ ਵਿਚਾਰ ਨੂੰ ਗੁਰੂ ਤੇ ਟਿਕਾ ਕੇ ਵੇਖੇ ਕਿ ਗੁਰੂ ਇਸ ਗੱਲ ਨੂੰ ਮੰਨਦਾ ਹੈ। ਬਾਣੀ ਦੇ ਵਿੱਚ ਸ਼ਬਦ ਆਇਆ, ਮੂੰਹ ਚੱਲੇ ਸੋ ਅੱਗੇ ਮਾਰੀਏ। ਜਿਹੜੇ ਮਨੁੱਖ ਆਪਣੇ ਮੂੰਹ ਜੋਰ ਚੱਲਦੇ ਨੇ, ਆਪਣੇ ਮਨ ਦੇ ਅਨੁਸਾਰ ਚੱਲਦੇ ਨੇ, ਉਹਨਾਂ ਨੂੰ ਇੱਥੇ ਵੀ ਮਾਰਾਂ ਨੇ ਤੇ ਦਰਗਾਹ ਵਿੱਚ ਵੀ ਮਾਰਾਂ ਨੇ। ਕਿਉਂਕਿ ਇੱਥੇ ਜਿਹੜਾ ਗੁਰੂ ਦੇ ਅਨੁਸਾਰ ਨਹੀਂ ਚੱਲੇਗਾ, ਉਹਦੀ ਜ਼ਿੰਦਗੀ ਦੇ ਅੰਦਰ ਤਕਲੀਫਾਂ ਹੀ ਨੇ, ਅਸ਼ਾਂਤੀ ਹੈ, ਆਨੰਦ ਨਹੀਂ ਕਦੀ ਆਏਗਾ। ਇਸ ਕਰਕੇ ਮਨੁੱਖ ਸ੍ਰੇਸ਼ਟ ਵਿਚਾਰ ਕਰੇ, ਜੋ ਇਹ ਕਰਮ ਮੈਂ ਕਰਨ ਲੱਗਿਆ ਕਿ ਇਹ ਕਰਮ ਗੁਰੂ ਦੇ ਅਨੁਸਾਰ ਠੀਕ ਹੈ, ਜੇ ਨਹੀਂ ਠੀਕ ਹੈ ਫਿਰ ਨਹੀਂ ਕਰਨਾ ਚਾਹੀਦਾ। ਸਾਧ ਸੰਗਤ, ਕਿਉਂਕਿ ਗੁਰੂ ਜਿਹੜਾ ਵੀ ਬਚਨ ਕਹਿੰਦਾ ਹੈ ਉਹ ਇਲਾਹੀ ਬਚਨ ਕਹਿੰਦਾ ਹੈ। ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੇ। ਜਿਹੜਾ ਵੀ ਬਚਨ ਗੁਰੂ ਕਰਦਾ ਹੈ ਉਹ ਕੋਈ ਨੋਰਮਲ ਨਹੀਂ ਹੁੰਦਾ। ਭਾਵੇਂ ਉਹ ਬਚਨ ਦਾ ਮਨੁੱਖ ਨੂੰ ਉਦੋਂ ਨਾ ਪਤਾ ਲੱਗੇ ਵੀ ਇਹ ਬਚਨ ਜਿਹੜਾ ਗੁਰੂ ਸਾਹਿਬ ਨੇ ਮੈਨੂੰ ਕਿਹਾ ਸੀ, ਬਾਣੀ ਦੇ ਵਿੱਚ ਜਿਹੜਾ ਇਹ ਬਚਨ ਆਉਂਦਾ ਹੈ ਇਹਦੇ ਕੀ ਅਰਥ ਨੇ, ਇਹ ਕਿੰਨਾ ਡੂੰਘਾ ਹੈ, ਉਦੋਂ ਨਾ ਪਤਾ ਲੱਗੇ। ਪਰ ਜਦੋਂ ਥੋੜੀ ਬੁੱਧੀ ਨਿਰਮਲ ਹੁੰਦੀ ਹੈ, ਮਨੁੱਖ ਕਹਿੰਦਾ ਠੀਕ ਹੈ, ਇਹ ਜਿਹੜੇ ਬਚਨ ਮੈਂ ਗੁਰੂ ਦੇ ਬੰਨੇ ਨੇ ਮੇਰੀ ਜ਼ਿੰਦਗੀ ਵਿੱਚ ਰੋਸ਼ਨੀ ਲੈ ਆਏ ਨੇ। ਪਰ ਅੱਜ ਦੇ ਸਮੇਂ ਵਿੱਚ ਐਸਾ ਹੁੰਦਾ ਹੈ, ਮਨੁੱਖ ਹੌਲੀ ਹੌਲੀ ਆਪਣੇ ਮਨ ਦੇ ਅਨੁਸਾਰ ਚੱਲਣ ਲੱਗ ਗਿਆ। ਜੋ ਉਹਦੇ ਮਨ ਵਿੱਚ ਆਉਂਦਾ ਉਹਦੇ ਅਨੁਸਾਰ ਕਰਦਾ। ਇਸ ਕਰਕੇ ਮਨੁੱਖ ਦਾ ਖਾਣਾ, ਰਹਿਣਾ, ਬੋਲਣਾ ਤੇ ਸੌਣਾ ਇਹ ਗੁਰੂ ਦੇ ਅਨੁਸਾਰ ਨਹੀਂ ਰਿਹਾ। ਤਾਂ ਹੀ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਸਰੀਰਾਂ 'ਚ ਵੀ ਬਿਮਾਰੀਆਂ ਨੇ, ਘਰਾਂ ਵਿੱਚ ਕਲੇਸ਼ ਹੋ ਗਏ ਨੇ, ਸਮਾਜ ਵਿੱਚ ਲੜਾਈਆਂ ਨੇ। ਕਾਰਨ ਕੀ? ਗੁਰੂ ਪੀਰ ਖਤਮ ਹੋ ਗਏ। ਜਦੋਂ ਗੁਰੂ ਪੀਰਾਂ ਦੀਆਂ ਬਾਣੀਆਂ ਘਰਾਂ 'ਚੋਂ ਨਿਕਲ ਜਾਂਦੀਆਂ ਨੇ ਫਿਰ ਪਿੱਛੇ ਕਲੇਸ਼ ਹੀ ਵੱਜ ਜਾਂਦਾ। ਕਿਉਂ? ਜਦੋਂ ਉਸ ਘਰ ਦੇ ਵਿੱਚ ਕਿਸੇ ਸੰਤ ਮਹਾਂਪੁਰਖ ਦੀ ਬਾਣੀ ਪੜ੍ਹੀ ਨਹੀਂ ਜਾਣੀ, ਫਿਰ ਉੱਥੇ ਹੋਏਗਾ ਕਿ ਕੁਝ ਵੀ ਨਹੀਂ। ਕਿਉਂਕਿ ਜੋ ਸੰਤਾਂ ਮਹਾਂਪੁਰਖਾਂ ਦੀ, ਗੁਰੂ ਸਾਹਿਬ ਦੀ ਬਾਣੀ ਹੈ ਉਹ ਸੱਚ ਦੀ ਬਾਣੀ ਹੈ, ਇਕਲਾਖੀ ਬਾਣੀ ਹੈ, ਜਿਹੜੀ ਮਨੁੱਖ ਨੂੰ ਦੇਵਤਾ ਬਣਾ ਦਿੰਦੀ ਹੈ। ਜੇ ਮਨੁੱਖ ਉਹ ਬਾਣੀ ਤੇ ਵਿਚਾਰ ਹੀ ਨਹੀਂ ਕਰੇਗਾ, ਫਿਰ ਵਿਚਾਰ ਕਾਹਤੇ ਕਰੇਗਾ? ਮਾਇਆ ਤੇ ਕਰੇਗਾ। ਫਿਰ ਇਸ ਕਰਕੇ ਇਸ ਦੇ ਅੰਦਰ ਅਸ਼ਾਂਤੀ ਹੀ ਪੈਦਾ ਹੁੰਦੀ ਜਾਂਦੀ ਹੈ।
ਦੂਤੰਬ ਇਹੋ ਨਿਰਭੈ ਬਚਨ ਰਾਜਤ ਸਤਿਗੁਰ ਰਾਮ। ਤੇ ਉਸ ਸੈਨਾ ਦੇ ਵਿੱਚ ਦੁੰਦਬ ਕਹਿੰਦੇ ਨੇ ਜਿਹੜੇ ਵੱਡੇ ਵੱਡੇ ਨਗਾਰੇ ਵੱਜਦੇ ਨੇ, ਨਿਰਭੈਤਾ ਦਾ ਦੁੰਦਬ ਵੱਜ ਰਿਹਾ ਹੈ। ਨਿਰਭਉ ਜਪੈ ਸਗਲ ਭਉ ਮਿਟੈ। ਜਿਹੜਾ ਅਸਲ ਦੇ ਵਿੱਚ ਸੰਤ ਹੁੰਦਾ ਹੈ ਉਹ ਨਿਰਭੈ ਹੋ ਜਾਂਦਾ, ਉਹਨੂੰ ਡਰ ਕਿਸੇ ਦਾ ਕੋਈ ਡਰ ਨਹੀਂ। ਉਹਦੇ ਵਾਸਤੇ ਰਾਜਾ ਤੇ ਪ੍ਰਜਾ ਬਰਾਬਰ ਹੋ ਜਾਂਦੇ ਨੇ। ਤਾਈ ਕਰਕੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਬਾਬਰ ਦਾ ਕਸੂਰ ਹੈ ਉਹਨੂੰ ਮੂੰਹ ਤੇ ਕਹਿ ਦਿੱਤਾ, ਬਾਬਰ ਤੂੰ ਬਾਬਰ ਨਹੀਂ ਹੈ, ਤੂੰ ਜਾਬਰ ਹੈ, ਤੇਰਾ ਕਸੂਰ ਹੈ, ਡਰ ਨਹੀਂ ਹੈ। ਸੰਤ ਨੂੰ ਕਾਹਦਾ ਡਰ ਹੈ? ਜਿਹੜਾ ਇਹ ਸਰੀਰ ਦੇ ਮੋਹ ਤੋਂ ਉੱਤੇ ਨਿਕਲ ਗਿਆ ਉਹਨੂੰ ਕਾਹਦਾ ਡਰ ਹੈ? ਉਹਨੂੰ ਪਤਾ ਲੱਗ ਜਾਂਦਾ ਹੈ ਇਹ ਦੁਨੀਆ ਕੁਛ ਵੀ ਕਰਨ ਵਾਲੀ ਨਹੀਂ ਹੈ। ਮਤ ਜਾਣੋ ਕਿਸੇ ਕੈ ਕਿਛ ਹਾਥ ਹੈ, ਸਭ ਕਰੇ ਕਰਾਇਆ। ਉਹਨੂੰ ਪਤਾ ਲੱਗ ਜਾਂਦਾ ਇੱਥੇ ਕੁਛ ਵੀ ਕਿਸੇ ਦੇ ਹੱਥ ਵਿੱਚ ਨਹੀਂ ਹੈ, ਜੋ ਕਰਨ ਵਾਲਾ ਹੈ ਉਹ ਪਰਮਾਤਮਾ ਹੈ। ਤੇ ਬਾਣੀ ਦੇ ਵਿੱਚ ਮਹਾਰਾਜ ਕਹਿੰਦੇ ਜਹਾਂ ਜਹਾਂ ਭਾਣਾ ਤਹਾਂ ਤਹਾਂ ਰਾਖੇ, ਨਾਨਕ ਸਭ ਕੁਝ ਪ੍ਰਭ ਕੈ ਹੱਥੇ। ਸਭ ਕੁਝ ਪ੍ਰਭ ਦੇ ਹੱਥ ਵਿੱਚ। ਇਸ ਕਰਕੇ ਬਾਣੀ ਕਹਿੰਦੀ ਪ੍ਰਭ ਭਾਵੈ ਤਾਂ ਪਾਥਰ ਤਰਾਵੈ। ਪ੍ਰਭ ਭਾਵੈ, ਬਾਣੀ ਦੇ ਵਿੱਚ ਹੀ ਮਹਾਰਾਜ ਕਹਿੰਦੇ ਨੇ ਪ੍ਰਭ ਭਾਵੈ ਮਾਨੂ ਗਤ ਪਾਵੈ, ਪ੍ਰਭ ਭਾਵੈ ਤਾਂ ਪਾਥਰ ਤਰਾਵੈ। ਪ੍ਰਭ ਭਾਵੈ ਬਿਨ ਸਾਸ ਤੇ ਰਾਖੈ, ਪ੍ਰਭ ਭਾਵੈ ਤਾਂ ਹਰ ਗੁਣ ਪਾਖੈ। ਜੇ ਪ੍ਰਭੂ ਨੂੰ ਚੰਗਾ ਲੱਗੇ ਤੇ ਪਰਮਾਤਮਾ ਬਿਨਾਂ ਸਾਹਾਂ ਤੋਂ ਵੀ ਮਨੁੱਖ ਨੂੰ ਰੱਖ ਲੈਂਦਾ ਹੈ, ਜੇ ਉਹਨੂੰ ਚੰਗਾ ਲੱਗੇ। ਜੇ ਉਹਨੂੰ ਚੰਗਾ ਨਾ ਲੱਗੇ, ਸਾਹ ਹੁੰਦਿਆਂ ਵੀ ਸਾਹ ਖਿੱਚ ਲੈਂਦਾ ਹੈ। ਗਾਵੈ ਕੋ ਸਾਜ ਕਰੇ ਤਨ ਖੇ, ਸਾਜ ਕੇ ਤਨ ਨੂੰ ਖੇ ਕਰ ਦਿੰਦਾ, ਐਦਾਂ ਉਹ ਕਰਦਾ। ਇਸ ਕਰਕੇ ਨਿਰਭੈਤਾ ਉਹਦੇ ਵਿੱਚ ਆਉਂਦੀ ਹੈ। ਭੈ ਕਾਹਦਾ? ਰਿਜ਼ਕ ਦਾ। ਸਭ ਤੋਂ ਵੱਡਾ ਭੈ ਮਨੁੱਖ ਨੂੰ ਹੈ ਰਿਜ਼ਕ ਦਾ। ਅੱਜ ਰਿਜ਼ਕ ਮਿਲਿਆ, ਕੱਲ ਨੂੰ ਪਤਾ ਨਹੀਂ ਮਿਲਣਾ ਹੈ ਕਿ ਨਹੀਂ ਮਿਲਣਾ। ਪਰ ਬਾਣੀ ਕਹਿੰਦੀ ਹੈ ਪਰੰਦੇ ਨਾ ਗਿਰਾਹਾ ਜਰ। ਕਹਿੰਦੇ ਜਿਹੜੇ ਪਰੰਦੇ ਹੁੰਦੇ ਨੇ ਨਾ, ਉਹਨਾਂ ਦੇ ਕੋਈ ਜੇਬਾਂ ਨਹੀਂ, ਕੋਈ ਗੰਢਾਂ ਨਹੀਂ ਹੁੰਦੀਆਂ। ਪਰੰਦੇ ਨਾ ਗਿਰਾਹਾ ਜਰ। ਪਰ ਉਹਨਾਂ ਦੀ ਜਿਹੜੀ ਆਸ ਹੁੰਦੀ ਹੈ ਕਹਿੰਦੇ ਜਾਂ ਪਾਣੀ ਤੇ ਜਾਂ ਦਰਖਤਾਂ ਦੀ ਹੁੰਦੀ ਹੈ। ਇਸੇ ਪੰਕਤੀ ਦੇ ਵਿੱਚ ਮਹਾਰਾਜ ਕਹਿੰਦੇ ਨੇ ਦੇਹੰਦ ਸੂਈ ਏਕ ਤੂਈ ਏਕ ਤੂਈ। हे ਪਰਮਾਤਮਾ, ਉਹਨਾਂ ਦੀ ਆਸ ਤੂੰ ਹੀ ਹੈ। ਪਰੰਦਿਆਂ ਦੇ ਕੋਲ ਕੋਈ ਖਾਣ ਨੂੰ ਨਹੀਂ, ਪਰ ਆਸ ਪਰਮਾਤਮਾ ਹੈ। ਇਸ ਕਰਕੇ ਜਦੋਂ ਮਨੁੱਖ ਨੂੰ ਪਰਮਾਤਮਾ ਸਾਖਸ਼ਾਤ ਹੋ ਜਾਂਦਾ ਹੈ ਬੰਦਗੀ ਕਰ ਕਰਕੇ, ਉਹ ਮਨੁੱਖ ਦੇ ਵੀ ਡਰ ਨਿਕਲ ਜਾਂਦੇ ਨੇ। ਇਸ ਕਰਕੇ ਗੁਰੂ ਅਮਰਦਾਸ ਜੀ ਮਹਾਰਾਜ ਰਾਤ ਨੂੰ ਸਿੰਘਾਂ ਨੂੰ ਕਹਿ ਦਿੰਦੇ ਸੀ ਸਾਰੇ ਭਾਂਡੇ ਮੁੱਦੇ ਮਾਰ ਦਿਓ, ਕੁਛ ਨਹੀਂ ਰੱਖਣਾ। ਮਹਾਰਾਜ ਸਵੇਰੇ ਕੀ ਹੋਏਗਾ? ਕਹਿੰਦੇ ਸਵੇਰ ਦੀ ਚਿੰਤਾ ਤੁਸੀਂ ਨਹੀਂ ਕਰਨੀ, ਜਿਹਨੇ ਸ੍ਰਿਸ਼ਟੀ ਸਾਜੀ ਉਹਨੂੰ ਚਿੰਤਾ ਨਹੀਂ ਹੈ। ਤੁਸੀਂ ਕਿਉਂ ਆਪਣੇ ਮਨ ਤੇ ਬੋਝ ਪਾਉਂਦੇ ਹੋ? ਤੁਹਾਡਾ ਏਡੀ ਵੱਡੀ ਬੁੱਧੀ ਨਹੀਂ ਹੈ ਤੇ ਬੋਝ ਨਾ ਪਾਓ। ਇੱਥੇ ਬੋਝ ਪਾਓਗੇ ਹੌਲੀ ਹੌਲੀ ਪਰੇਸ਼ਾਨੀ ਦੇ ਵਿੱਚ ਚਲੇ ਜਾਓਗੇ। ਇੱਥੇ ਬੋਝ ਨਾ ਪਾਓ। ਸਾਧ ਸੰਗਤ ਇੱਕ ਗੱਲ ਯਾਦ ਰੱਖਣਾ, ਅੱਜ ਤੇ ਵੀ ਕੋਈ ਐਸਾ ਮਨੁੱਖ ਨਹੀਂ ਹੈ ਜਿਹਨੇ ਕੋਈ ਕੰਮ ਸੋਚਿਆ ਹੋਏ ਤੇ ਉਹਦੇ ਕੰਮ ਰੁਕੇ ਹੋਣ। ਸਾਰੇ ਹੋ ਜਾਂਦੇ ਨੇ। ਮਨੁੱਖ ਜੋ ਸੋਚਦਾ ਹੈ ਨਾ, ਇਹ ਵੱਖਰੀ ਗੱਲ ਹੈ। ਜੋ ਉਹ ਸੋਚ ਰਿਹਾ ਉਹ ਹੋਏ ਨਾ ਹੋਏ, ਕਿਉਂਕਿ ਇੱਥੇ ਜੋ ਹੋਣਾ ਜੋ ਉਹਨੂੰ ਚੰਗਾ ਲੱਗਣਾ। ਬਾਣੀ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਨਰ ਚਾਹਤ ਕਛ ਔਰ ਹੈ ਕੀ ਔਰ ਹੈ। ਨਰ ਕੁਛ ਹੋਰ ਚਾਹੁੰਦਾ ਹੈ, ਪਰ ਪ੍ਰਮਾਤਮਾ ਕੁਝ ਹੋਰ ਚਾਹ ਰਿਹਾ। ਇਸ ਕਰਕੇ ਗੁਰੂ ਜੀ ਇੱਕ ਗੱਲ ਕਹਿੰਦੇ ਨੇ, ਤੂੰ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਗੱਲ ਯਾਦ ਰੱਖੀ, ਜੋ ਪ੍ਰਮਾਤਮਾ ਕਰ ਰਿਹਾ ਉਹਦੇ ਅਨੁਸਾਰ ਚੱਲ ਬਸ। ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਉਸ ਪਰਮਾਤਮਾ ਦੇ ਹੁਕਮ ਦੇ ਅਨੁਸਾਰ ਚੱਲ ਬਸ। ਜੇ ਦਿੱਕਤ ਆ ਗਈ ਹੈ, ਜੇ ਸਹਿਨ ਨਹੀਂ ਹੋ ਰਿਹਾ, ਫਿਰ ਅਰਦਾਸ ਕਰ। ਸਿੱਧੀ ਗੱਲ। ਪਹਿਲੀ ਗੱਲ ਤੇ ਮਾਲਕ ਦੇ ਹੁਕਮ ਵਿੱਚ ਚੱਲ। ਜਦੋਂ ਤੇ ਸਹਿਨ ਹੁੰਦਾ ਕਰ, ਜੇ ਬਰਦਾਸ਼ਤ ਤੋਂ ਬਾਹਰ ਹੋ ਗਿਆ ਫਿਰ ਅਰਦਾਸ ਕਰ। ਫਿਰ ਜਦੋਂ ਬਰਦਾਸ਼ਤ ਕਰਕੇ ਅਰਦਾਸ ਕਰੇਗਾ ਨਾ, ਫਿਰ ਉਹ ਨਾਲ ਹੀ ਫੜ ਲੈਂਦਾ ਹੈ। ਜਦੋਂ ਮਨੁੱਖ ਤੰਗ ਹੋ ਕੇ ਅਰਦਾਸ ਕਰਦਾ ਨਾ, ਜਦੋਂ ਉਹਨੂੰ ਲੱਗਦਾ ਮੇਰੇ ਸਾਰੇ ਆਸੇ ਬਾਨੇ ਟੁੱਟ ਗਏ ਨੇ, ਉਸ ਦਿਨ ਜਿਹੜੀ ਅਰਦਾਸ ਹੁੰਦੀ ਹੈ ਉਹ ਕਬੂਲ ਹੁੰਦੀ ਹੈ। ਸਾਧ ਸੰਗਤ, ਬਾਣੀ ਦੇ ਵਿੱਚ ਕਿਹਾ ਵੀ ਹੈ ਮਹਾਰਾਜ ਨੇ, ਭੱਜੈ ਸਭੋ ਆਸਰਾ
ਚੁੱਕਿਆ ਸਭ ਅਸਰਾਓ, ਸਾਰੇ ਆਸਰੇ ਮੁੱਕ ਜਾਣ। ਚਿਤ ਆਵੈ ਉਸ ਪਾਰ ਬ੍ਰਹਮ, ਲੱਗੈ ਨਾ ਤਤੀ ਵਾਓ। ਜੇ ਉਦੋਂ ਪਰਮਾਤਮਾ ਯਾਦ ਆ ਜਾਏ ਤਤੀ ਵਾਹ ਨਹੀਂ ਲੱਗਣ ਦਿੰਦਾ। ਤੈਨੂੰ ਬਣ ਗਏ ਤਾਤੀ ਵਾਓ ਨਾ ਲੱਗਈ, ਪਾਰ ਬ੍ਰਹਮ ਸ਼ਰਨਾਈ। ਸਿਰਫ ਸ਼ਰਨ ਵਿੱਚ ਜਾਣਾ ਪੈਂਦਾ ਹੈ ਪਾਰ ਬ੍ਰਹਮ ਦੀ। ਮਨੁੱਖ ਨੂੰ ਅਗਿਆਨਤਾ ਦੀਆਂ ਸੱਟਾਂ ਨਹੀਂ ਲੱਗਦੀਆਂ, ਪਰ ਇਸ ਕਰਕੇ ਜਦੋਂ ਮਨੁੱਖ ਪਹਿਲਾਂ ਤੇ ਹੁਕਮ ਵਿੱਚ ਚੱਲੇ, ਜਦੋਂ ਹੁਕਮ ਬਰਦਾਸ਼ਤ ਤੋਂ ਬਾਹਰ ਹੋ ਗਿਆ, ਫਿਰ ਅਰਦਾਸ ਕਰਦੇ, ਹੇ ਪ੍ਰਮਾਤਮਾ ਚੱਲ ਤੇ ਮੈਂ ਤੇਰੇ ਹੁਕਮ ਵਿੱਚ ਹੀ ਰਿਹਾ, ਮੈਨੂੰ ਜਾਂ ਤੇ ਬਲ ਉਦਮ ਬਖਸ਼, ਜਾਂ ਫਿਰ ਇਹ ਜੋ ਪ੍ਰੋਬਲਮ ਇਹਨੂੰ ਸੋਰਟ ਆਊਟ ਕਰ, ਕਿਉਂਕਿ ਮੈਂ ਤੇਰਾ ਬੱਚਾ ਹਾਂ, ਤੂੰ ਠਾਕੁਰ ਤੁਮ ਪਹਿ ਅਰਦਾਸ। ਕਿੱਡੀ ਵੱਡੀ ਗੱਲ ਮਹਾਰਾਜ ਕਹਿੰਦੇ, ਤੂੰ ਮਾਤ ਪਿਤਾ ਹਮ ਬਾਰਕ ਤੇਰੇ। ਇਹ ਪ੍ਰਮਾਤਮਾ ਮੇਰੀ ਕੀ ਔਕਾਤ ਹੈ, ਏਡੀ ਵੱਡੀ ਦੁਨੀਆ ਹੈ, ਮੇਰੀ ਤੇ ਬੁੱਧੀ ਬੜੀ ਛੋਟੀ ਜੀ ਹੈ। ਆਪਣੇ ਆਪ ਨੂੰ ਛੋਟਾ ਮੰਨਣਾ। ਪ੍ਰਮਾਤਮਾ ਏਡਾ ਵੱਡਾ ਸੂਰਜ ਹੈ, ਆ ਧਰਤੀ ਦੇ ਜੀਵ ਤੁਰੇ ਫਿਰਦੇ ਨੇ, ਧਰਤੀ ਘੁੰਮ ਰਹੀ ਹੈ, ਕੋਈ ਇਹ ਤੋਂ ਡਿੱਗਦਾ ਹੀ ਨਹੀਂ। ਕੀ ਉਹਨੇ ਗ੍ਰੈਵਿਟੇਸ਼ਨਲ ਫੋਰਸ ਬਣਾਈ, ਉੱਤੇ ਨਹੀਂ ਕੋਈ ਜਾਂਦਾ। ਦੇਖੋ ਆ ਜਿਹੜੀ ਧਰਤੀ ਹੈ ਨਾ, ਉੱਤੇ ਉੱਤੇ ਵਾਯੂਮੰਡਲ ਚਲੀ ਜਾਂਦਾ, ਹਵਾਵਾਂ ਵੀ ਬਦਲਦੀਆਂ ਜਾਂਦੀਆਂ ਨੇ। ਕਹਿੰਦੇ 200 ਫੁੱਟ ਬਾਅਦ ਹਵਾ ਕੁਝ ਹੋਰ ਹੈ। ਇੱਥੋਂ 500-400 ਫੁੱਟ ਤੇ ਜਾ ਕੇ ਫਿਰ ਜਹਾਜ਼ ਜਦੋਂ ਉੱਤੇ ਜਾਂਦਾ ਹੈ, ਉੱਤੇ ਗ੍ਰੈਵਿਟੇਸ਼ਨਲ ਫੋਰਸ ਨਹੀਂ ਰਹਿੰਦੀ। ਦੇਖੋ ਕਿੱਡੀ ਉਹਦੀ ਹਵਾ ਦੇ ਵਿੱਚ ਵੀ ਪਰਤਾਂ ਬਣਾਈਆਂ ਨੇ, ਵੇਖਦੀਆਂ ਨਹੀਂ ਹਨ। ਕਿਤੇ ਸਮਤਾਪ ਮੰਡਲ ਹੈ, ਸਾਇੰਸ ਦੇ ਵਿੱਚ ਪੜ੍ਹਿਆ ਜਾਂਦਾ ਹੈ, ਉਹਨੇ ਬਣਾਏ ਨੇ। ਸਾਰਾ ਕਿੱਡੀ ਸੰਰਚਨਾ ਬਣਾਈ ਹੈ। ਏਡੀ ਵੱਡੀ ਸੰਰਚਨਾ ਦੇ ਅੱਗੇ ਮਨੁੱਖ ਦੀ ਕੀ ਬੁੱਧੀ ਹੈ। ਤਾਂ ਹੀ ਮਹਾਰਾਜ ਬਾਣੀ 'ਚ ਕਹਿੰਦੇ ਨੇ, ਹਮ ਅਗਿਆਨ ਅਲਪ ਮਤ ਥੋਰੀ, ਤੁਮ ਆਪਣ ਬਿਰਦ ਰਖਾਵੋ। ਇਹ ਪ੍ਰਮਾਤਮਾ ਸਾਡੀ ਤੇ ਮਤ ਹੀ ਕੋਈ ਨਹੀਂ। ਤੇਰੇ ਕੀਤਿਆਂ ਚੋਜਾਂ ਨੂੰ ਮੈਂ ਨਹੀਂ ਸਮਝ ਸਕਦਾ, ਕਿਉਂਕਿ ਇੱਕ ਦਾਤੇ ਇੱਕ ਭਿਖਾਰੀ ਜੀ, ਸਭ ਤੇਰੇ ਚੋਜ ਵਿਡਾਣਾ। ਇਹ ਸਭ ਤੇਰੇ ਚੋਜ ਚੱਲਦੇ ਨੇ, ਮੈਂ ਤੇਰਿਆਂ ਚੋਜਾਂ ਨੂੰ ਨਹੀਂ ਸਮਝ ਸਕਦਾ ਹਾਂ। ਮੋਹ ਸ਼ਤਰੂ ਮਨ ਦੇਸ ਮਹਿ, ਰਾਜ ਕਰਤ ਰਚ ਧਾਮ। ਮਨ ਦੇ ਵਿੱਚ ਇੱਕ ਸ਼ਤਰੂ ਕੰਮ ਕਰਦਾ ਹੈ, ਉਹ ਸ਼ਤਰੂ ਦਾ ਨਾਂ ਹੈ ਮੋਹ। ਹਰੇਕ ਦੇ ਮਨ ਦੇ ਅੰਦਰ ਇਹ ਰਾਜ ਕਰ ਰਿਹਾ ਹੈ। ਮਾਰ ਛਾਲ ਪ੍ਰਾਜੈ ਕਰਿਓ, ਰਾਜਤ ਸਤਿਗੁਰ ਰਾਮ। ਪਰ ਜਿਹੜਾ ਇਹ ਮੋਹ ਰੂਪੀ ਸ਼ਤਰੂ ਹੈ, ਇਹਨੂੰ ਗੁਰੂ ਸਾਹਿਬ ਜੀ ਨੇ ਵੱਢ ਦਿੱਤਾ ਹੈ। ਔਰ ਸਾਧ ਸੰਗਤ, ਜਦੋਂ ਮੋਹ ਵੱਢਿਆ ਜਾਂਦਾ ਹੈ, ਜਿਸ ਦਿਨ ਮੋਹ ਖਤਮ ਹੋ ਜਾਂਦਾ ਹੈ, ਉਸ ਦਿਨ ਮਨੁੱਖ ਦੇ ਅੰਦਰ ਸਿਰਫ ਪਰਮਾਤਮਾ ਹੀ ਰਹਿ ਜਾਂਦਾ ਹੈ। ਮੋਹ ਸਭ ਦਾ ਰਾਜਾ ਹੈ। ਮੋਹ ਮਨੁੱਖ ਨੂੰ ਪਰੇਸ਼ਾਨ ਕਰੀ ਰੱਖਦਾ ਹੈ। ਕਾਮ ਕ੍ਰੋਧ ਅਰ ਲੋਭ ਭਟ, ਬੜ ਅਹੰਕਾਰ ਜਨ ਨਾਮ। ਇਹਦੇ ਵਿੱਚ ਨਾ ਇਹ ਜਿਹੜਾ ਮੋਹ ਹੈ, ਇਹਦੇ ਅੱਗੇ ਸੈਨਾਪਤੀ ਵੀ ਨੇ। ਕੌਣ ਹੈ? ਕਾਮ ਕ੍ਰੋਧ ਲੋਭ ਹੰਕਾਰ, ਇਹ ਸਾਰੇ ਮੋਹ ਦੇ ਹੀ ਸੈਨਾਪਤੀ ਨੇ। ਇਹ ਮਨ ਦੇ ਵਿੱਚ ਵਸਦੇ ਨੇ ਤੇ ਮਨ ਨੂੰ ਸਿੱਧੇ ਬੰਨੇ ਲੱਗਣ ਹੀ ਨਹੀਂ ਦਿੰਦੇ। ਇਹ ਮਨ ਨੂੰ ਵਿਗਾੜੀ ਰੱਖਦੇ ਨੇ ਕਿਸੇ ਨਾ ਕਿਸੇ ਬੰਨੋਂ, ਕਿਸੇ ਨਾ ਕਿਸੇ ਬੰਨੋਂ। ਇਹ ਛਿੱਦਰ ਨੇ। ਕਦੇ ਕਾਮ ਉਜਾਗਰ ਹੋ ਜਾਂਦਾ ਹੈ, ਕਦੇ ਕ੍ਰੋਧ ਉਜਾਗਰ ਹੋ ਜਾਂਦਾ ਹੈ, ਕਦੇ ਲੋਭ ਵੱਧ ਜਾਂਦਾ ਹੈ। ਇਹ ਮਨ ਦੇ ਵਿੱਚ ਇਹਨਾਂ ਦਾ ਰਾਜ ਚੱਲਦਾ ਹੈ। ਹਤ ਸੈਨਾਪਤੀ ਮੋਹ ਕੇ, ਰਾਜਪਤ ਸਤਿਗੁਰ ਰਾਮ। ਮਹਾਰਾਜ ਇਹ ਸਾਰੇ ਮੋਹ ਦੇ ਸੈਨਾਪਤੀ ਨੇ, ਪਰ ਗੁਰੂ ਸਾਹਿਬ ਜੀ ਨੇ, ਗੁਰੂ ਅਮਰਦਾਸ ਜੀ ਦੀ ਸਿੱਖਿਆ ਦੁਆਰਾ, ਉਹਨਾਂ ਨੇ ਸਤਨਾਮ ਦਾ ਜਿਹੜਾ ਮੰਤਰ ਜਪਾਇਆ ਹੈ, ਉਹਦੇ ਦੁਆਰਾ ਇਹਨਾਂ ਸਾਰਿਆਂ ਨੂੰ ਵੱਢ ਦਿੱਤਾ ਹੈ। ਈਸਾ ਮ੍ਰਿਖਾ ਸੁਖ ਦ્વੈਸਤਾ, ਆਸਾ ਤ੍ਰਿਸ਼ਨਾ ਨਾਮ। ਹਿੰਸਾ, ਕ੍ਰੋਧ, ਦ્વੈਸ਼ਤਾ, ਆਸਾ, ਮਨਸਾ, ਕਿੰਨੀਆਂ ਹੀ ਬਿਮਾਰੀਆਂ ਨੇ। ਕਹਿੰਦੇ ਇਹ ਸਾਰੀਆਂ ਜਿਹੜੀਆਂ ਹਨ, ਇਹ ਮਨੁੱਖ ਦੇ ਅੰਦਰ ਹੀ ਲੱਗੀਆਂ ਹੋਈਆਂ ਹਨ। ਰਿਪ ਬੇਕਾਰ ਜਨਤਾ ਹਤੀ, ਰਾਜਤ ਸਤਿਗੁਰ ਰਾਮ। ਇਹ ਜਿਹੜੇ ਵਕਾਰ ਤ੍ਰਿਸ਼ਨਾ ਪੈਦਾ ਕਰਦੀ ਹੈ, ਇਹਨੂੰ ਮਾਰ ਦਿੱਤਾ। ਸਾਧ ਸੰਗਤ, ਤ੍ਰਿਸ਼ਨਾ ਵੇਖੋ, ਜਿਹੜੀ ਤ੍ਰਿਸ਼ਨਾ ਦੀ ਅਗਨ ਹੈ, ਇਹ ਦਿਨ ਪ੍ਰਤੀ ਦਿਨ ਵੱਧਦੀ ਜਾਂਦੀ ਹੈ। ਤ੍ਰਿਸ਼ਨਾ ਦੀ ਅਗਨ ਨੂੰ ਵਧਾਉਣ ਵਾਸਤੇ ਇੱਛਾਵਾਂ ਨੇ। ਇੱਛਾਵਾਂ ਰੋਜ਼-ਰੋਜ਼ ਤ੍ਰਿਸ਼ਨਾ ਦੀ ਅਗਨ ਨੂੰ ਵਧਾਉਂਦੀਆਂ ਨੇ।
ਜਿਵੇਂ ਇੱਕ ਉਦਾਹਰਨ ਬੜਾ ਸੋਹਣਾ ਹੈ, ਇੱਕ ਬੀਬੀ ਖੂਹ ਦੇ ਉੱਤੋਂ ਪਾਣੀ ਕੱਢਦੀ ਹੈ। ਸਾਰੀਆਂ ਬੀਬੀਆਂ ਨੇ ਪਾਣੀ ਭਰਿਆ, ਚਲਾ ਗਈਆਂ। ਇੱਕ ਬੀਬੀ ਉੱਥੇ ਖਲੋਤੀ ਹੈ, ਪਾਣੀ ਕੱਢਦੀ ਹੈ। ਦੁਪਹਿਰ ਹੋ ਗਈ, ਪਾਣੀ ਨਾ ਭਰਿਆ ਗਿਆ। ਦੂਜੀਆਂ ਆਉਂਦੀਆਂ ਨੇ, ਉਹਨੂੰ ਪੁੱਛਦੀਆਂ ਨੇ, ਪਾਣੀ ਨਹੀਂ ਭਰਿਆ ਗਿਆ? ਉਹ ਕਹਿੰਦੇ ਨਹੀਂ, ਪਤਾ ਨਹੀਂ, ਬਾਲਟੀ ਭਰੀ ਨਹੀਂ ਰਹੀ। ਉਹਦੇ ਬਾਲਟੀ ਬਾਹਰ ਕੱਢ। ਬਾਲਟੀ ਬਾਹਰ ਕੱਢਦੀਆਂ ਨੇ, ਵੇਖਦੀਆਂ ਨੇ ਬਾਲਟੀ ਥੱਲੇ ਥੱਲੇ ਹੀ ਕੋਈ ਨਹੀਂ। ਕਹਿੰਦੇ ਬੀਬੀ ਇਹ ਸਾਰੀ ਉਮਰ ਵੀ ਨਹੀਂ ਭਰਨੀ। ਮਨੁੱਖ ਦਾ ਮਨ ਤ੍ਰਿਸ਼ਨਾ ਦੀ ਬਾਲਟੀ ਹੈ ਜਿਹੜੀ ਕਦੀ ਨਹੀਂ ਭਰਨੀ। ਇਹ 5 ਇੱਛਾਵਾਂ ਹੁੰਦੀਆਂ ਨੇ, 5 ਪੂਰੀਆਂ ਹੋ ਜਾਣਗੀਆਂ, 10 ਜਨਮ ਲੈ ਲੈਣਗੀਆਂ। ਕਦੀ ਐਸਾ ਟਾਈਮ ਵੀ ਮਨੁੱਖ ਤੇ ਹੁੰਦਾ ਹੋਏਗਾ, ਜਿਹਨੂੰ ਪਰਮਾਤਮਾ ਨੇ ਅੱਜ ਕਰੋੜਾਂ ਦਾ ਮਾਲਕ ਬਣਾਇਆ ਨਾ, ਕਦੀ ਐਸਾ ਟਾਈਮ ਹੋਏਗਾ ਉਹਦੇ ਕੋਲ, ਉਹ ਪਰਮਾਤਮਾ ਅੱਗੇ ਬੇਨਤੀ ਕਰਦਾ ਹੋਏਗਾ, ਪਰਮਾਤਮਾ ਕਿਤੇ ਮੈਨੂੰ 10-20 ਲੱਖ ਹੀ ਦੇ ਦੇ ਨਾ ਤੇ ਮੈਂ ਠੀਕ ਹੋ ਜਾਵਾਂਗਾ। ਐਸਾ ਕਹਿੰਦਾ ਹੋਏਗਾ, ਹਰੇਕ ਮਨੁੱਖ ਕਹਿੰਦਾ ਹੈ। ਪਰ ਜਦੋਂ ਉਹਦੇ ਕੋਲ ਉਹ ਆ ਗਏ ਨਾ, ਫਿਰ ਉਹ ਕਹਿੰਦਾ ਪਰਮਾਤਮਾ ਨਹੀਂ, ਇਹ ਘੱਟ ਨਹੀਂ, ਕਿਤੇ ਤੂੰ ਥੋੜੇ ਜਿਹੇ ਹੋਰ 2 ਗੁਣਾ ਦੇ ਦੇ ਤੇ ਠੀਕ ਹੋ ਜਾਏਗਾ। 2 ਗੁਣਾ ਹੋਰ ਵੀ ਚਲੇ ਗਏ। ਹੁਣ ਉਹ 2 ਗੁਣਾ ਵੀ ਮਿਲ ਗਏ। ਉੱਥੇ ਜਾ ਕੇ ਨਹੀਂ ਪਰਮਾਤਮਾ ਹਜੇ ਗੱਲ ਬਣੀ ਨਹੀਂ ਹੈ, ਕਿਤੇ ਹੋਰ ਦੇ ਦੇ। ਹਰੇਕ ਮਨੁੱਖ ਉੱਥੋਂ ਹੀ ਚੱਲਦਾ ਹੈ, ਹਰੇਕ ਮਨੁੱਖ। ਬੜੇ ਕਮਾਲ ਦੀ ਗੱਲ ਹੈ, ਜਦੋਂ ਬੱਚਾ ਹੁੰਦਾ ਹੈ ਨਾ, ਬੱਚਾ ਖਿਡੌਣਿਆਂ ਨਾਲ ਪਿਆਰ ਕਰਦਾ, ਥੋੜਾ ਜਿਹਾ ਵੱਡਾ ਹੁੰਦਾ ਨਾ, ਆਪਣੇ ਪਿਤਾ ਨੂੰ ਕਹਿੰਦਾ ਮੈਨੂੰ ਸਾਈਕਲ ਲੈ ਦੇ, ਬਸ ਸਾਈਕਲ ਮਿਲ ਗਿਆ ਤੇ ਮੇਰੀ ਜ਼ਿੰਦਗੀ ਖੁਸ਼ਹਾਲ ਹੈ। ਸਾਈਕਲ ਤੇ ਚੱਲਦਾ ਹੈ। ਹੌਲੀ ਹੌਲੀ ਕਹਿੰਦਾ ਨਹੀਂ, ਮੇਰੇ ਮਿੱਤਰ ਮੋਟਰਸਾਈਕਲਾਂ ਤੇ ਆਉਂਦੇ ਨੇ, ਮੋਟਰਸਾਈਕਲ ਲੈ ਦਿਓ ਤੇ ਮੇਰਾ ਗੱਲ ਬਣ ਜਾਏਗੀ। ਮੋਟਰਸਾਈਕਲ ਤੋਂ ਤੁਰਿਆ, ਕਹਿੰਦਾ ਹੁਣ ਗੱਡੀ ਮਿਲ ਜਾਏ ਤੇ ਗੱਲ ਬਣ ਜਾਏਗੀ। ਗੱਡੀ ਵੀ ਮਿਲ ਗਈ, ਵੱਡੀ ਮਿਲ ਜਾਏ, ਫਿਰ ਹੈਲੀਕਾਪਟਰ ਤਾਈਂ। ਔਰ ਬਾਣੀ ਤੇ ਕਹਿੰਦੀ ਮਨੁੱਖ ਦੀ ਜਿਹੜੀ ਤ੍ਰਿਸ਼ਨਾ ਹੈ ਨਾ, ਇਹ ਬਹੁਤ ਵੱਡੀ ਹੈ, ਇਹ ਬੜੀ ਲੰਮੀ ਤੇ ਬੜੀ ਡੂੰਘੀ ਹੈ, ਤੇ ਇਹ ਬੁਝਦੀ ਕਿਸੇ ਕਿਸੇ ਦੀ ਹੈ। ਤ੍ਰਿਸ਼ਨਾ ਵਿਰਲੇ ਹੀ ਕੀ ਬੁਝੀ ਹੈ, ਵਿਰਲੇ ਦੀ ਬੁਝਦੀ ਹੈ, ਵਿਰਲੇ ਦੀ। ਵੱਡੇ ਵੱਡੇ ਰਾਜਨ ਅਰ ਭੂਮਨ, ਬਾਣੀ ਕਹਿੰਦੀ ਵੱਡੇ ਵੱਡੇ ਰਾਜੇ ਤੇ ਭੂਮਨ, ਤਾਕੀ ਤ੍ਰਿਸ਼ਨ ਨਾ ਬੁਝੀ। ਲਪਟ ਰਹੇ ਮਾਇਆ ਰੰਗ ਮਾਤੇ, ਲੋਚਨ ਕਛੂ ਨਾ ਸੁਝੀ। ਹਮੇਸ਼ਾ ਮਾਇਆ ਦੇ ਰੰਗ ਦੇ ਵਿੱਚ ਲਿਪਟਦੇ ਰਹੇ। ਵੱਡੇ ਵੱਡਿਆਂ ਰਾਜਿਆਂ ਦੀ ਸਿਕੰਦਰ ਸੀ, ਬੜੀ ਦੁਨੀਆ ਤੇ ਰਾਜ ਕੀਤਾ, ਅੰਤ ਦੇ ਵਿੱਚ ਹੱਥ ਖਾਲੀ ਕਰਕੇ ਗਿਆ, ਔਰ ਦੁਨੀਆ ਨੂੰ ਸੰਕੇਤ ਵੀ ਦੇ ਕੇ ਗਿਆ, ਮਤਾ ਇਸ ਕੰਮ 'ਚ ਪੈ ਜਾਇਓ। ਇੱਛਾਵਾਂ ਨਹੀਂ ਬੁਝਣਗੀਆਂ। ਇੱਛਾਵਾਂ ਐਸਾ ਕੋਈ ਮਨੁੱਖ ਨਹੀਂ ਜਿਹੜਾ ਮਨ, ਕਿਉਂਕਿ ਮਨ ਹੈ ਹੀ ਐਸਾ, ਇਹ ਖਲੋਏਗਾ ਨਹੀਂ। ਇਹਨੂੰ ਖਲਾਉਣ ਵਾਸਤੇ ਬਾਣੀ ਕਹਿੰਦੀ ਹੈ, ਜਿਉ ਮੰਦਰ ਕੋ ਥੰਮ ਹੈ ਥੰਮਨ, ਤਿਉ ਗੁਰ ਕਾ ਸ਼ਬਦ ਮਨੈ ਅਸਥੰਬਨ। ਗੁਰੂ ਦਾ ਸ਼ਬਦ ਹੈ ਜਿਹੜਾ ਮਨ ਨੂੰ ਖਿਲਾਰ ਦਿੰਦਾ ਹੈ, ਬਾਕੀ ਹੋਰ ਕੁਝ ਨਹੀਂ ਖਿਲਾਰ ਸਕਦਾ। ਵੈਸੇ ਮਨੁੱਖ ਅੱਗੇ ਤੋਂ ਅੱਗੇ ਵੱਧਦਾ ਹੀ ਜਾਂਦਾ ਹੈ। ਸੂਪਨਖਾ ਅਰ ਤਾਰੁਕਾ, ਜੇ ਮਹਤ ਰਾਜਾ ਰਾਮ। ਜਿਵੇਂ ਰਾਜਾ ਰਾਮਚੰਦਰ ਨੇ ਸਪੂਰਨਖਾ ਅਤੇ ਤਾਰਕਾ ਦਾ ਨਾਸ਼ ਕੀਤਾ ਸੀ, ਕਹਿੰਦੇ ਉਸੇ ਤਰੀਕੇ ਨਾਲ ਗੁਰੂ ਸਾਹਿਬ ਜੀ ਮਹਾਰਾਜ ਵਿਕਾਰਾਂ ਦਾ ਨਾਸ਼ ਕਰ ਦਿੰਦੇ ਹਨ। ਹੰਤਾ ਮਮਤਾ ਤੇ ਮਹਤੀ, ਰਾਜਤ ਸਤਿਗੁਰ ਰਾਮ। ਹੰਕਾਰ ਅਤੇ ਮਮਤਾ ਨੂੰ ਗੁਰੂ ਸਾਹਿਬ ਜੀ ਨੇ ਇਵੇਂ ਹੀ ਵੱਢ ਦਿੱਤਾ ਹੈ, ਕਿਉਂਕਿ ਹੰਕਾਰ ਅਤੇ ਮਮਤਾ ਇਹ ਬੜੇ ਵੱਡੇ ਔਗਣ ਨੇ ਜਿਹੜੇ ਮਨੁੱਖ ਦੇ ਅੰਦਰ ਹੈਗੇ ਨੇ। ਸੋ ਗੁਰੂ ਸਾਹਿਬ ਜੀ ਕਿਰਪਾ ਕਰਨ। ਇੱਥੋਂ ਤਾਈਂ ਦੀ ਆਪਾਂ ਜਿਹੜੀ ਕਥਾ ਅੱਜ ਸ਼ਰਵਣ ਕਰਾਂਗੇ। ਕੱਲ ਨੂੰ ਜਿਹੜੇ ਸਿੱਧਾਂ ਦੇ ਨਾਲ ਸਵਾਲ ਹੋਣੇ ਨੇ, ਸਿੱਧ ਗੁਰੂ ਜੀ ਦੇ ਕੋਲ ਚੱਲ ਕੇ ਆਉਂਦੇ ਨੇ। ਵੈਸੇ ਕੱਲ ਨੂੰ ਪੰਚਵੀਂ ਦੇ ਜਿਹੜੇ ਪਾਠ ਉਹ ਆਰੰਭ ਹੋਣਗੇ, ਕੱਲ ਸ਼ਾਮ ਨੂੰ ਅਤੇ ਪਰਸੋਂ ਸ਼ਾਮ, 2 ਦਿਨ ਜਿਹੜੀ ਕਥਾ ਸ਼ਾਮ ਦੀ ਨਹੀਂ ਹੋਏਗੀ। 18 ਤਰੀਕ ਨੂੰ ਸ਼ਾਮ ਨੂੰ ਹੁਣ ਕਥਾ ਹੋਏਗੀ, ਕਿਉਂਕਿ ਕੱਲ ਪੰਚਵੀਂ ਦੇ ਪਾਠ ਆਰੰਭ ਹੋ ਜਾਣਗੇ। ਕੱਲ ਸਵੇਰ ਦੀ ਹੋਏਗੀ, ਫਿਰ 2 ਦਿਨ ਜਿਹੜੀ ਸ਼ਾਮ ਦੀ ਕਥਾ ਦਾ ਬ੍ਰੇਕ ਲੱਗੇਗਾ। ਉਸ ਤੋਂ ਬਾਅਦ ਫਿਰ ਜਿਹੜੀ ਕਥਾ ਆਰੰਭ ਹੋਈ। ਗੁਰੂ ਜੀ ਕਿਰਪਾ ਕਰਨ, ਆਪ ਸਰਬੱਤ ਸੰਗਤਾਂ ਨੂੰ ਨਾਮ ਦੀ ਦਾਤ, ਘਰਾਂ ਪਰਿਵਾਰਾਂ ਵਿੱਚ ਸੁਖ ਸ਼ਾਂਤੀ ਦੀ ਦਾਤ ਬਖਸ਼ਣ, ਨਾਮ ਦੀ ਦਾਤ ਬਖਸ਼ਣ, ਦੇਹ ਅਰੋਗਤਾ ਦੀ ਦਾਤ ਬਖਸ਼ਣ। ਆਪ ਜਿਵੇਂ ਸਤ ਸੰਗਤ ਵਿੱਚ ਚੱਲ ਕੇ ਆ ਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।